ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਹਲਾ ਤੀਜਾ। ਸੂਹਾ ਰੰਗ ਵਿਕਾਰ ਹੈ, ਕੰਤ ਨ ਪਾਇਆ ਜਾਏ। ਇਸ ਲਹਿੰਦੇ ਬਿਲਮ ਨਾ ਹੋਵਈ, ਰੰਡ ਬੈਠੀ ਦੂਜੈ ਪਹਾਏ। ਸੂਹਾ ਰੰਗ ਵਿਕਾਰ ਹੈ, ਕੰਤ ਨ ਪਾਇਆ ਜਾਏ। ਇਸ ਲਹਿੰਦੇ ਬਿਲਮ ਨਾ ਹੋਵਈ, ਰੰਡ ਬੈਠੀ ਦੂਜੈ ਪਹਾਏ। ਮੁੰਦ ਇਆਣੀ ਦੁਮਣੀ, ਸੂਹੈ ਵੇਸ ਲੁਭਾਏ। ਸ਼ਬਦ ਸਚੈ ਰੰਗ ਲਾਲ ਕਰ, ਪਹਿ ਪਹਾਏ ਸ਼ਿੰਗਾਰ ਬਣਾਏ। ਨਾਨਕ ਸਦਾ ਸੁਹਾਗਣੀ, ਜੇ ਚੱਲਨ ਸਤਿਗੁਰ ਪਹਾਏ। ਪੌੜੀ। ਆਪੇ ਆਪ ਉਪਾਇਨ, ਆਪ ਕੀਮਤ ਪਾਈ। ਤਿਸ ਦਾ ਅੰਤ ਨ ਜਾਪਈ, ਗੁਰ ਸ਼ਬਦ ਬੁਝਾਈ। ਮਾਇਆ ਮੋਹ ਗੁਬਾਰ ਹੈ, ਦੂਜੈ ਭਰਮਾਈ। ਮਨ ਮੁਖ ਠੌਰ ਨਾ ਪਾਇਨੀ, ਫਿਰ ਆਵੈ ਜਾਈ। ਜੋ ਤਿਸ ਭਾਵੈ ਸੋ ਥੀਐ, ਸਭ ਚਲੈ ਰਜ਼ਾਈ। ਮਨ ਮੁਖ ਠੌਰ ਨਾ ਪਾਇਨੀ, ਫਿਰ ਆਵੈ ਜਾਈ। ਜੋ ਤਿਸ ਭਾਵੈ ਸੋ ਥੀਐ, ਸਭ ਚਲੈ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਦਾ ਇਹ ਦੀਵਾਨ ਅਸੀਂ ਮਾਣ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਨਾਲ ਆਪਣੀ ਸੁਰਤ ਨੂੰ ਸਰਸ਼ਾਰ ਕਰ ਰਹੇ ਸੀ। ਹੁਣ ਸਮਾਂ ਹੈ ਗੁਰੂ ਸ਼ਬਦ ਵਿਆਖਿਆ ਦਾ, ਜਿਸ ਵਿੱਚ ਸੂਹੀ ਕੀ ਵਾਰ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਰਿਤ ਕੀਤੀ ਗਈ ਵਾਰ ਰਚਨਾ ਉਹ ਵਿਚਾਰੀ ਜਾਂਦੀ ਹੈ। ਅਸੀਂ ਅਜੇ ਬੜੇ ਸ਼ੁਰੂਆਤੀ ਪੜਾਅ 'ਤੇ ਇਸ ਪਾਵਨ ਬਾਣੀ ਦੇ। ਆਪ ਜੀ ਨੇ ਇਸ ਪਾਵਨ ਰਚਨਾ ਦੇ ਵਿੱਚੋਂ 3 ਨੰਬਰ ਪੌੜੀ ਤੋਂ ਦੇ ਨਾਲ ਲੱਗਦਾ ਇੱਕ ਸ਼ਲੋਕ ਸਰਵਨ ਕੀਤਾ ਹੈ। ਵੈਸੇ ਸਮੁੱਚਾ ਪੈਕੇਜ 2 ਸ਼ਲੋਕ ਤੇ ਇੱਕ ਪੌੜੀ ਹੈ। ਇੱਕ ਸ਼ਲੋਕ ਦੀ ਵਿਆਖਿਆ ਹੋ ਚੁੱਕੀ ਹੈ। ਜੋ 2 ਨੰਬਰ ਸ਼ਲੋਕ ਹੈ ਉਸ ਦੀ ਵਿਆਖਿਆ ਅਸੀਂ ਬੀਤੇ ਕੱਲ ਤੋਂ ਪਿਛਲੇ ਰੋਜ਼ ਕਰ ਰਹੇ ਸੀਗੇ। ਕਿਉਂਕਿ ਸਮਾਂ ਸੀਮਿਤ ਹੈ, we were not able to get the whole message of the whole slok. So that's why we paused
in between. So today we are going to discuss all slok together, and if time allows then we will go definitely toward Pauri 2. So ਆਪਾਂ ਬਾਤ ਸ਼ੁਰੂ ਕਰੀਏ। ਬਚਨ ਹੈ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ, ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੈ ਪਾਏ। ਸੂਹਾ ਰੰਗ ਵੈਸੇ ਤਾਂ ਪਿੱਛੇ ਕਾਫੀ ਇਹਦੀ ਵਿਆਖਿਆ ਹੋਈ ਹੈ, ਜਿਹਨੂੰ ਕਹਿ ਲਓ ਕਿ ਸਮਥਿੰਗ ਗਲਾਈਡਰਸ, ਸ਼ੋਖ ਰੰਗ, ਚਮਕ, ਜਿਹਨੂੰ ਅਸੀਂ ਮਿਜ਼ਮਰਾਈਜ਼ ਕਰਨ ਵਾਲੀ ਚੀਜ਼ ਕਹਿੰਦੇ ਹਾਂ, ਤਿਲਸਮ ਕਹਿੰਦੇ ਹਾਂ, ਉਹਦੀ ਬਾਤ ਹੋ ਰਹੀ ਹੈ। ਇਹ ਮਾਇਆ ਹੈ, ਇਸ ਨੂੰ ਸਿੱਧੇ ਵਰਡਸ ਵਿੱਚ ਕਿਹਾ ਜਾਏ ਇਲਿਊਜ਼ਨ। ਜੋ ਸੰਸਾਰ ਦੀ ਉਹ ਦੁਨੀਆ ਜਿਹੜੀ ਸਾਨੂੰ ਬਹੁਤ ਅਟਰੈਕਟ ਕਰਦੀ ਹੈ। ਜਿਵੇਂ ਸਪੋਜ਼ ਕਰੋ ਸਾਡੇ ਸਾਰਿਆਂ ਦੇ ਅੰਦਰ ਇੱਕ ਗਟ ਫੀਲਿੰਗ ਆ, ਇੱਕ ਵਾਈਜ਼ਰ ਥਾਟ ਆ, ਟੀਵੀ 'ਤੇ ਬਹੁਤਾ ਟਾਈਮ ਸਪੈਂਡ ਕਰਨਾ ਚੰਗੀ ਗੱਲ ਨਹੀਂ, ਬਟ ਹਾਊ ਮੈਨੀ ਆਰ ਵੀ ਏਬਲ ਟੂ ਸਟਾਪ ਇਟ। ਇਹ ਇਲਿਊਜ਼ਨ ਆ। ਬੰਦੇ 'ਚ ਇੱਕ ਫੇਕ ਕੌਨਫੀਡੈਂਸ ਹੁੰਦਾ ਵੀ ਇਟਸ ਓਕੇ, ਅੱਜ ਵੇਖ ਲੈਣਾ ਕੱਲ ਨੂੰ ਨਹੀਂ ਵੇਖਾਂਗਾ। ਟੁਡੇ ਆਈ ਐਮ ਗੋਨਾ ਐਕਚੁਅਲੀ ਡੂ ਦਿਸ ਥਿੰਗ ਐਂਡ ਟੁਮਾਰੋ ਆਈ ਵਿਲ ਕੰਟਰੋਲ ਮਾਈ ਸੈਲਫ। ਜੇ ਅੱਜ ਮੈਂ ਨਹੀਂ ਕਰ ਪਾ ਰਿਹਾ, ਕੱਲ੍ਹ ਨੂੰ ਤਾਂ ਮੇਰੇ ਮਨ ਨੇ ਹੋਰ ਜ਼ਿਆਦਾ ਇਹਦੇ ਆਦੀ ਹੋ ਜਾਣਾ, ਫਿਰ ਤਾਂ ਬਿਲਕੁਲ ਵੀ ਨਹੀਂ ਹੋ ਪਾਣਾ। ਇਹ ਸੂਹਾ ਰੰਗ ਹੈ। ਇਹੋ ਜਿਹੀਆਂ ਹਜ਼ਾਰਾਂ ਐਗਜ਼ਾਮਪਲਸ, ਜਸਟ ਆਮ ਗਿਵਿੰਗ ਵਨ ਐਗਜ਼ਾਮਪਲ ਓਨਲੀ। ਇਹ ਚੀਜ਼ ਵਿਕਾਰ ਨੂੰ ਜਨਰੇਟ ਕਰਦੀ ਹੈ। ਵਿਕਾਰ ਦਾ ਮਤਲਬ ਇਹ ਹੁੰਦਾ ਹੈ ਕਿ ਜਿਹਦੇ 'ਚੋਂ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ, ਬਟ ਸਾਨੂੰ ਅਟਰੈਕਟ ਬਹੁਤ ਕਰਦੀ ਉਹ ਚੀਜ਼। ਦੈਟ ਇਜ਼ ਵਕਾਰ। ਸਭ ਕਹਿੰਦੇ ਇਹ ਸੂਹਾ ਰੰਗ ਵਿਕਾਰ ਹੈ। ਇਹ ਵਕਾਰ ਹੈ। ਇਹਦੇ ਉੱਤੇ ਇੱਕ ਚੀਜ਼ ਹੋਰ ਲੈ ਲੈਣੀ। ਦੇਖੋ ਸਾਨੂੰ ਇੱਕ ਬੁੱਕ ਅਮਰੀਕਾ 'ਚ ਬੜੀ ਪਬਲਿਸ਼ ਹੋਈ, ਬੜੀ ਪੜ੍ਹੀ ਗਈ, ਵੀਲਸ ਆਫ ਲਾਈਫ। ਰਿਟਾਇਰਡ ਨਾਸਾ ਦੀ ਸਾਇੰਟਿਸਟ ਸੀਗੀ, ਉਹਨੇ ਲਿਖੀ ਉਹਨੇ ਕੁਝ ਮੈਡੀਟੇਸ਼ਨ ਦੇ ਚੱਕਰਾਂ ਵਗੈਰਾ ਸਿਸਟਮ ਦੇ ਉੱਤੇ ਉਸ ਤਰੀਕੇ ਦੇ ਨਾਲ, ਕਿਉਂਕਿ ਕਿਤੇ ਉਹਦਾ ਸਾਇੰਟਿਸਟ ਹੋਣ ਕਰਕੇ ਨਾਂ ਵੱਡਾ ਸੀਗਾ। ਦੂਜਾ ਦਿਸ ਇਜ਼ ਵੈਰੀ ਯੂ ਕੈਨ ਸੇ ਵੈਰੀ ਅਟਰੈਕਟਿਵ ਐਂਡ ਟ੍ਰੈਂਡੀ ਐਂਡ ਵੈਰੀ phenomenal thing, especially meditation in North America. So people were buying it on actually, you can say, in very big level. That time I was reading some reviews of that book. ਉਹ ਨੇ ਇਹ ਦੱਸਿਆ ਕਿ I'm gonna teach you how to control your mind. ਇਹਦੇ 'ਚ ਉਹਦੀ ਜਿਹੜੀ ਮੇਨ ਉਹਦਾ ਸਾਰਾ ਫੋਕਸ ਸੀਗਾ। ਮੁੜ ਕੇ ਕੁਝ ਸੱਜਣਾ ਨੇ ਉੱਤੇ ਕੌਮੈਂਟਸ ਕੀਤੇ। ਉਹ ਕਹਿੰਦੇ ਵੀ ਆਵਰ ਓਨੈਸਟ ਕੁਐਸਚਨ ਇਜ਼ ਔਨ ਇਟ, ਮਾਈਂਡ ਇਜ਼ ਕੰਟਰੋਲਿੰਗ ਐਵਰੀਥਿੰਗ। ਮੇਰੇ ਬਾਡੀ ਨੂੰ, ਮੇਰੀ ਕੋਗਨੀਸ਼ਨ ਫੰਕਸ਼ਨਿੰਗ ਨੂੰ, ਮੇਰੀ ਬਿਹੇਵੀਅਰ ਨੂੰ, ਮੇਰੀਆਂ ਚੋਇਸਿਸ ਨੂੰ, ਮੇਰੇ ਥਾਟਸ ਨੂੰ, ਸਾਰਾ ਕੁਝ ਉਹਦੇ ਕੰਟਰੋਲ 'ਚ ਆ। ਉਹਦੇ ਜ਼ਰੀਏ ਹੀ ਮੇਰੀ ਫੈਮਿਲੀ ਕੰਟਰੋਲ ਹੁੰਦੀ ਹੈ, ਮੇਰਾ ਬਿਜ਼ਨਸ, ਮੇਰਾ ਆਲ ਓਵਰ ਹੋਲ ਕੈਲੀਬਰ, ਹੋਲ ਪਰਸੋਨਾ, ਐਵਰੀਥਿੰਗ ਇਜ਼ ਕੰਟਰੋਲਡ ਬਾਏ ਦੈਟ ਫੋਰਸ। ਉਹਨੂੰ ਕੌਣ ਕੰਟਰੋਲ ਕਰੇਗਾ ਜਿਹਦੇ ਕੰਟਰੋਲ 'ਚ ਸਾਰਾ ਕੁਛ ਹੈ। ਫਿਰ ਉਹ ਕਹਿੰਦੀ ਕਿ ਆਈ ਐਮ ਟਾਕਿੰਗ ਸਮ ਸੋਰਟ ਆਫ ਹਾਇਰ ਫੋਰਸ। ਜਿਹੜੀ ਉਹ ਹਾਇਰ ਫੋਰਸ ਦੀ ਗੱਲ ਹੋ ਰਹੀ ਹੈ, ਇਹ ਅਥਾਰਟੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਸਾਡਾ ਮਾਈਂਡ ਮਿਜ਼ਰੇਬਲ ਆ, ਸਾਨੂੰ ਭਟਕਣਾ ਆਉਂਦੀ ਹੈ, ਚੀਜ਼ਾਂ ਅਟਰੈਕਟ ਕਰਦੀਆਂ, ਕਿ ਲੋਕ ਕਹਿਣਗੇ ਵੀ it's natural, when we get attracted somewhere, when some kind of illusion is distracting us toward from our goals, this is natural. ਹਾਂ ਵੀ ਹੈ ਤਾਂ natural, ਜੋ ਚੀਜ਼ਾਂ ਇਸ ਤਰੀਕੇ ਨਾਲ ਹੁੰਦੀਆਂ ਨੇ, ਪਰ ਇਸ ਵਿੱਚ ਲਗਾਤਾਰ ਚੱਲਦੇ ਰਹਿਣਾ ਇਟਸ ਅਨਨੈਚੁਰਲ। ਮਦਰ ਨੇਚਰ ਨੇ ਜੇ ਕੁਝ ਚੀਜ਼ਾਂ ਪੈਦਾ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਉਹਨਾਂ ਤੋਂ ਓਵਰਕਮ ਕਿਵੇਂ ਹੋਣਾ, ਉਹਦੇ ਲਈ ਵੀ ਐਬਿਲਿਟੀ ਦਿੱਤੀ ਹੈ। ਉਹ ਐਬਿਲਿਟੀ ਵਾਈਜ਼ਰ ਆ, ਉਹ ਇੱਕ ਵਾਈਜ਼ ਥਾਟ ਆ, ਇੱਕ ਵਾਈਜ਼ ਐਕਸਰਸਾਈਜ਼ ਆ, ਜੋ ਲਰਨ ਕਰਨੀ ਪੈਂਦੀ ਹੈ, ਪ੍ਰੋਸੈਸ ਕਰਨੀ ਪੈਂਦੀ ਹੈ, ਮੈਨੀਫੈਸਟ ਕਰਨੀ ਪੈਂਦੀ ਹੈ, ਫੋਲੋ ਕਰਨੀ ਪੈਂਦੀ, ਫਿਰ ਗੱਲ ਬਣਦੀ ਹੈ। ਗੁਰੂ ਸਾਹਿਬ ਉਹਨੂੰ ਗੱਲ ਕਰਦੇ, ਤੁਸੀਂ ਉਹਨਾਂ ਥਾਟਸ ਨੂੰ, ਉਸ ਆਈਡੀਓਲੋਜੀ ਨੂੰ, ਉਸ ਨੂੰ ਅਡਾਪਟ ਕਰਨਾ ਆ। ਇਹੀ ਸਪਿਰਿਚੁਅਲਿਟੀ ਹੈ। ਬਾਬਾ ਜੀ ਇਹਦੇ ਵਿੱਚ ਪਹਿਲੇ ਲੈਵਲ 'ਤੇ ਟਾਕ ਕਰਨਗੇ ਕਿ ਇਹ ਕਿਤਨੀ
ਜਿਹੜਾ ਸੂਹਾ ਰੰਗ ਇਲੂਜ਼ਨ ਆ, ਇਹਦੇ 'ਚ ਜੀਣਾ ਕਿੰਨਾ ਗਲਤ ਹੈ। ਇੱਥੋਂ ਗੱਲ ਸ਼ੁਰੂ ਹੋਏਗੀ ਇਹਦੀ। ਸੂਹਾ ਰੰਗ ਵਿਕਾਰ ਹੈ, ਕੰਤ ਨਾ ਪਾਇਆ ਜਾਏ। ਇੱਥੇ ਕੰਤ ਮੀਨ, ਕਿਉਂਕਿ ਕੰਤ ਸਮਝ ਆਉਂਦਾ ਹੈ, ਖਾਸ ਕਰਕੇ ਜਿਹੜਾ ਗਿਵਨ ਜੋਗ੍ਰਾਫੀਕਲ ਇਲਾਕਾ ਹੈ ਬਾਣੀ ਦਾ, ਪੰਜਾਬ ਦੀ ਫਿਜ਼ਾਨ ਦੇ ਵਿੱਚ ਜਿੱਥੇ ਬਾਣੀ ਪ੍ਰੋਡਿਊਸ ਕੀਤੀ ਗੁਰੂ ਸਾਹਿਬ ਨੇ, ਉੱਥੇ ਪਤਾ ਹੈ ਕਿ ਅਸੀਂ ਸ਼ਬਦ ਪੜ੍ਹਦੇ ਹਾਂ, ਤਿੱਚਰ ਵਸੈਂ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਕੂ ਰਾਲ। ਜੇ ਔਰਤ ਹੈ ਉਹਦੀ ਹੋਣੀ ਕੀ ਹੈ? ਘਰਾਂ ਦੇ 'ਚ ਲੋਕ ਬੱਚੀ ਨੂੰ ਪਾਲਦੇ ਕਿੰਨੀ ਦੇਰ ਤੱਕ? ਜੋ ਤੱਕ ਵਿਆਹ ਨਹੀਂ ਹੁੰਦਾ। ਅੰਟਿਲ ਦੈਟ ਵੀ ਆਰ ਰਿਸਪੋਂਸੀਬਲ। ਜਦੋਂ ਵਿਆਹ ਹੋ ਗਿਆ, ਚਲੋ ਜੀ ਰਿਸਪੋਂਸੀਬਿਲਿਟੀ ਡਨ। ਹੁਣ ਕਿਹਦੀ ਹੈ? ਹੁਣ ਰਿਸਪੋਂਸੀਬਿਲਿਟੀ ਜਿਹਦੇ ਲੜ ਲਾ ਦਿੱਤੀ, ਜਿਹਨੇ ਵਿਆਹ ਦਿੱਤਾ, ਹੁਣ ਉਹਦੇ ਨਾਲ ਉਹਦੀ ਜ਼ਿੰਦਗੀ ਜੁੜ ਗਈ ਹੈ। ਸਾਰੀ ਫਾਈਨੈਂਸ, ਸੋਸ਼ਲ ਸਟੇਟਸ, ਸਾਰਾ ਕੁਛ ਉਹਦੇ ਨਾਲ ਜੁੜ ਗਿਆ ਹੁਣ ਉਹਦਾ। ਹੁਣ ਜੇ ਉਹ ਕੰਤ ਆਪਣੇ ਲੜ ਨਹੀਂ ਲਾਏਗਾ, ਮੈਂ ਇਨ ਜਨਰਲ ਉਸ ਸਿਚੁਏਸ਼ਨ ਦੀ ਗੱਲ ਕਰ ਰਿਹਾ, ਗੁਰਮਤਿ ਸਕੂਲ 'ਚ ਆਈਡੀਅਲ ਨਹੀਂ ਹੈਗਾ। ਗੁਰਮਤਿ ਸਕੂਲ ਦੇ ਵਿੱਚ ਹਰ ਇੱਕ ਦਾ ਆਪਣਾ ਪਰਸੋਨਾ ਆ, ਹਰ ਇੱਕ ਦੀ ਆਪਣੀ ਰਿਸਪੋਂਸੀਬਿਲਿਟੀ ਸੋਸਾਇਟੀ 'ਚ ਹੈਗੀ ਆ। ਮੈਂ ਇਹ ਬੇਨਤੀ ਕਰਾਂਗਾ, ਜੋ ਇੱਕ ਫੈਮਿਨਨ ਜੈਂਡਰ ਦੇ ਕੋਲ ਐਬਿਲਿਟੀ, ਸਟਰੈਂਥ ਤੇ ਜੋ ਉਹਨੂੰ ਰੋਲ ਮਦਰ ਨੇਚਰ ਨੇ ਦਿੱਤਾ ਆ, ਉਹ ਮੈਸਕੂਲਨ ਜੈਂਡਰ ਤੋਂ ਕਿਤੇ ਵੀ ਘੱਟ ਨਹੀਂਗਾ। ਉਹ ਤੇ ਅਸੀਂ ਇੱਕ ਅਲਾਮਤ ਬਣਾ ਲਈ ਇੱਕ ਸੋਸਾਇਟੀ ਤੋਂ ਉਸ ਲੈਵਲ 'ਤੇ, ਕਿਉਂਕਿ ਸਾਰੇ ਦਾ ਸਾਰਾ ਜਿਹੜੀ ਅਟੈਂਸ਼ਨ ਆ, ਜਿਹੜਾ ਸਾਰਾ ਮਤਲਬ ਫੋਕਸ ਆ, ਉਹ ਇੱਕ ਜੈਂਡਰ ਵਾਲੇ ਪਾਸੇ ਕਰ ਦਿੱਤਾ, ਸਕੁਈਜ਼ ਕਰ ਦਿੱਤਾ। ਉਹਦੇ ਕਰਕੇ ਫੈਮਿਨਨ ਜੈਂਡਰ ਨੂੰ ਲੱਗਾ ਵੀ ਮੈਨੂੰ ਜਿੰਨੀ ਦੇਰ ਤੱਕ ਮੈਸਕੂਲਨ ਜੈਂਡਰ ਵਾਲੀਆਂ ਪੋਜੀਸ਼ਨਸ ਨਹੀਂ ਮਿਲਦੀਆਂ, ਆਈ ਐਮ ਨੋਟ ਸੈਟਿਸਫਾਈਡ, ਆਈ ਐਮ ਨੋਟ ਕੈਪੇਬਲ ਇਨ ਦਿਸ ਸੋਸਾਇਟੀ। ਅਦਰਵਾਈਜ਼ ਮਾਂ ਹੋਣਾ ਕੋਈ ਛੋਟਾ ਰੁਤਬਾ ਆ। ਪਰਿਵਾਰ ਦੇ ਵਿੱਚ ਪਰਿਵਾਰ ਸਾਰੇ ਨੂੰ ਇੱਕ ਮਤਲਬ ਉਸ ਲੈਵਲ 'ਤੇ ਸੰਭਾਲਣਾ, ਜਿਹਦੇ 'ਚ ਕੰਪੈਸ਼ਨ ਆ, ਜਿਹਦੇ 'ਚ ਸੈਲਫਲੈਸ ਸਰਵਿੰਗ ਐਬਿਲਿਟੀ ਹੈ, ਉਹ ਤਾਂ ਮਾਂ ਹੀ ਹੈ ਨਾ। ਉਹ ਇਹ ਰੂਪ ਕਿਵੇਂ ਘੱਟ ਹੋ ਸਕਦਾ ਆ? ਪਰ ਉਹ ਜਿਵੇਂ ਵੈਸਟਰਨਾਈਜ਼ ਮਾਡਲ ਤਿਆਰ ਕੀਤਾ ਗਿਆ, ਅਤੇ ਉਹਦੇ 'ਚੋਂ ਕਰਦਿਆਂ ਜਿਸ ਲੈਵਲ 'ਤੇ ਅਸੀਂ ਪਹੁੰਚ ਗਏ ਹਾਂ, ਅੱਜ ਤਾਂ ਆਪ ਦੇਖ ਸਕਦੇ ਹੋ ਸੋਸਾਇਟੀ ਦੀ ਕੀ ਹਾਲਤ ਬਣ ਚੁੱਕੀ ਹੈ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀ ਉਹ 'ਤੇ ਫੋਕਸ ਕਰਾਂ। ਆਈਡੀਅਲ ਤਾਂ ਇਹ ਹੈਗਾ ਕਿ ਜਿਵੇਂ ਭੈਣ ਨਾਨਕੀ ਦਾ ਰੋਲ ਹੈ, ਅਸੀਂ ਦੇਖਦੇ ਹਾਂ ਕਿੱਡਾ ਕਮਾਲ ਦਾ ਰੋਲ ਹੈ। ਮਾਤਾ ਖੀਵੀ ਦਾ ਰੋਲ ਹੈ, ਬੀਬੀ ਭਾਨੀ ਦਾ ਰੋਲ ਹੈ, ਦਾਨੀ ਦਾ ਰੋਲ ਹੈ, ਬੀਬੀ ਅਮਰੋ ਦਾ ਰੋਲ ਹੈ, ਮਾਤਾ ਗੰਗਾ ਦਾ ਰੋਲ ਹੈ, ਅੱਗੇ ਮਾਤਾ ਨਾਨਕੀ ਦਾ ਰੋਲ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨੀ ਯਾਪਨ ਦੇ ਵਿੱਚ। ਮਾਤਾ ਨਿਹਾਲ ਕੌਰ ਦਾ ਰੋਲ ਹੈ। ਅੱਗੇ ਅਸੀਂ ਦੇਖਦੇ ਹਾਂ ਮਾਤਾ ਗੁਜਰੀ ਦਾ ਰੋਲ ਹੈ। ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਭੈਣ ਵੀਰੋ ਦਾ ਰੋਲ ਦੇਖੋ ਤੁਸੀਂ। ਇਹ ਨਹੀਂ ਕਿ ਵੀ ਬਹੁਤ, ਉਹ ਫਿਰ ਬੇਨਤੀ ਕਰਾਂਗਾ, ਕਿਉਂਕਿ ਨਾ ਉਸ ਤਰੀਕੇ ਨਾਲ ਹਿਸਟਰੀ ਪੜ੍ਹੀ ਗਈ, ਨਾ ਪੜ੍ਹਾਈ ਗਈ, ਨਾ ਸੁਣੀ ਗਈ, ਨਾ ਸੁਣਾਈ ਗਈ, ਕਿਉਂਕਿ ਸਾਰਾ ਕੁਝ ਯੂਰੋਸੈਂਟਰਿਕ ਅਪਰੋਚ 'ਚੋਂ ਨਿਕਲਿਆ, ਅਤੇ ਉਹਦੇ ਨਾਲ ਇਹ ਚੀਜ਼ਾਂ ਉਸੇ ਤਰੀਕੇ ਨਾਲ ਫੀਡ ਹੋ ਗਈਆਂ, ਅਸੀਂ ਪ੍ਰੋਸੈਸ ਕਰ ਲਈਆਂ। ਖੈਰ, ਜਿਹੜੀ ਬੇਨਤੀ ਕਰ ਰਹੇ ਹਾਂ, ਜੋ ਅਹਿਸਾਸ ਦਿੱਤਾ ਗਿਆ ਉਸ ਸੋਸਾਇਟੀ 'ਚ ਰਹਿੰਦਿਆਂ ਹੋਇਆਂ ਕਿ ਔਰਤ ਦੀ ਹੋਣੀ ਸਿਰਫ ਬੰਦੇ 'ਤੇ ਡਿਪੈਂਡ ਕਰਦੀ ਹੈ, ਗੁਰੂ ਬਾਬਾ ਜੀ ਨੇ ਉਸ ਨੂੰ ਇੱਕ ਐਗਜ਼ਾਮਪਲ ਦੇ ਤੌਰ 'ਤੇ, ਤੁਸੀਂ ਸੋਸਾਇਟੀ 'ਚ ਵੇਖਦੇ ਹੋ ਇਸ ਚੀਜ਼ ਨੂੰ, ਵੇਖ ਕੇ ਦੇਖੋ, ਇੱਥੋਂ ਐਗਜ਼ਾਮਪਲ ਲਵੋ ਕਿ ਕੰਤ ਨਾ ਹੈ ਖੁਸ਼ੀ ਦਾ, ਕੰਤ ਨਾ ਹੈ ਸੁੱਖ ਦਾ, ਕੰਤ ਨਾ ਹੈ ਕੰਫਰਟ ਦਾ, ਕੰਤ ਨਾ ਹੈ ਜੀਵਨ ਦੀ ਸਿਕਿਉਰਿਟੀ ਦਾ। ਇਹ ਸਾਰੀਆਂ ਚੀਜ਼ਾਂ ਐਕਚੁਅਲੀ ਬਾਹਰ ਨਹੀਂ ਐਗਜ਼ਿਸਟ ਕਰਦੀਆਂ। ਇਹ ਵੀ ਚੀਜ਼ ਚੇਤੇ ਰੱਖਿਆ ਜੇ, ਜਿਹੜੀ ਸਿਕਿਉਰਿਟੀ ਹੈ, ਜੇ ਬੰਦੇ ਨੂੰ ਇਹ ਹੋਏ ਵੀ ਮੇਰੇ ਕੋਲ ਘਰ ਹੈ ਅਤੇ ਮੈਂ ਸਿਕਿਉਰ ਹੋਵਾਂਗਾ। ਮੈਂ ਤਾਂ ਮੈਂਟਲ ਹੈਲਥ 'ਚ ਕੰਮ ਕਰਨੇ ਲੰਬੇ ਸਮੇਂ ਤੋਂ, ਜਿਨ੍ਹਾਂ ਲੋਕਾਂ ਨੂੰ ਪੈਰਾਨੋਇਡਸ ਹੁੰਦੇ ਨੇ, ਹੋਲੀਸੀਨੇਸ਼ਨ ਹੁੰਦੀ ਹੈ, ਇਹ ਸਾਰੇ 'ਚ ਜੀਂਦੇ ਨੇ, ਉਹ ਘਰਾਂ 'ਚ ਹੀ ਹੁੰਦੇ ਨੇ ਬੱਚੇ। ਘਰ ਆ, ਮਾਂ ਬਾਪ ਨੇ, ਕਾਰੋਬਾਰ ਹੈ, ਸਭ ਕੁਛ ਹੈ, ਪਰ ਉਹਨਾਂ ਨੂੰ ਡਰ ਲੱਗਦਾ ਹੈ, ਚੀਜ਼ਾਂ ਦਿਸਦੀਆਂ ਨੇ, ਆਵਾਜ਼ਾਂ ਸੁਣਦੀਆਂ ਨੇ, ਸਭ ਇਹ ਕੀ ਹੋ ਰਿਹਾ ਹੈ? ਇਹਦਾ ਮਤਲਬ ਜਿਹੜਾ ਸਟੇਟ ਆਫ ਮਾਈਂਡ ਹੈ, ਇਹ ਕੰਫਰਟ ਫੀਲ ਕਰਾਉਂਦੀ ਤੁਹਾਨੂੰ, ਨਾ ਕਿ ਤੁਹਾਡਾ ਘਰ ਤੁਹਾਨੂੰ ਕੰਫਰਟ ਫੀਲ ਕਰਾਉਂਦਾ ਹੈ। ਅਤੇ ਜਿਹਦੇ ਕੋਲ ਉਹ ਸਟੇਬਲ ਸਟੇਟ ਆਫ ਮਾਈਂਡ ਹੈਗੀ, ਉਹਦੇ ਕੋਲ ਘਰ ਖੋਹ ਵੀ ਲਓ, 10 ਵਾਰੀ ਖੋਹ ਲਓ, 50 ਵਾਰੀ ਖੋਹ ਲਓ, ਉਹ ਵਾਪਸ ਘਰ ਬਣਾ ਲਏਗਾ, ਕਿਉਂਕਿ ਉਹਦੇ ਕੋਲ ਚੀਜ਼ ਐਬਿਲਿਟੀ ਹੈ। ਜਿਹਦੇ ਕੋਲ ਨਹੀਂ ਹੈ, ਉਹਨੂੰ 50 ਵਾਰੀ ਘਰ ਬਣਾ ਕੇ ਦੇ ਦਿਓ। ਜਿਵੇਂ ਹੋਮਲੈਸ ਕਮਿਊਨਿਟੀ ਹੈ, ਸ਼ੈਲਟਰ ਬਿਲਡ ਕਰਕੇ ਦਿੱਤੇ ਜਾਂਦੇ ਨੇ, ਸ਼ੈਲਟਰਾਂ 'ਚ ਲਿਜਾਇਆ ਜਾਂਦਾ, ਰੱਖਿਆ ਜਾਂਦਾ,
ਬਕਾਇਦਾ ਤੌਰ ਤੇ ਫਿਰ ਪਤਾ ਲੱਗਦਾ ਮਹੀਨੇ 2 ਮਹੀਨੇ ਬਾਅਦ। ਇਸੇ ਕਰਕੇ ਲੋਕ ਕਹਿੰਦੇ ਹੋਮਲੈਸ ਇਟਸ ਨੋਟ ਐਕਚੁਅਲੀ ਸਟੇਟਸ, ਇਟਸ ਅ ਸਿਕਨੈਸ। ਇਹ ਸਟੇਟਸ ਨਹੀਂ ਵੀ ਕਿਸੇ ਨੇ ਸਟੇਟਸ ਲੂਜ਼ ਕਰ ਲਿਆ ਉਸ ਤਰੀਕੇ ਨਾਲ, ਇਹ ਸਿਕਨੈਸ ਹੈ। ਜਿੱਥੇ ਮਰਜ਼ੀ ਲੈ ਜਾਓ ਵਾਪਸ ਉੱਥੇ ਪਹੁੰਚ ਜਾਏਗਾ, ਕਿਉਂਕਿ ਉਹਨੂੰ ਪਤਾ ਨਹੀਂ ਕਿਵੇਂ ਇਸ ਸਟੇਬਲ ਮਾਈਂਡ ਨੂੰ ਲੈ ਕੇ ਆਉਣਾ ਹੈਗਾ। ਸੋ ਇਹ ਜਿਹੜਾ ਰੂਪ ਆ ਇਹ ਕੰਤ ਦੇ ਰੂਪ ਵਿੱਚ ਲਿਆ ਬਿਆਨ ਕੀਤਾ ਵੀ ਬੰਦੇ ਨੂੰ ਜਿਹੜੀ ਚੀਜ਼ ਸੁੱਖ ਦਿੰਦੀ ਹੈ, ਜਿਹੜੀ ਚੀਜ਼ 'ਚ ਬੰਦਾ ਸਿਕਿਉਰ ਫੀਲ ਕਰਦਾ ਹੈ, ਉਹ ਸਾਰਾ ਕੁਝ ਉਸ ਇਲੂਜ਼ਨ ਜਿਹੜੀ ਮਾਈਂਡ ਸੈੱਟ ਹੈ ਉਹਦੇ ਤੋਂ ਬਾਹਰ ਨਿਕਲ ਕੇ ਪ੍ਰਾਪਤ ਹੋ ਸਕਦਾ ਹੈ। ਪਰ ਜੇ ਬੰਦਾ ਉਹਦੇ 'ਚ ਲੋਸਟ ਹੋ ਗਿਆ, ਗਵਾਚ ਗਿਆ, ਫਿਰ ਭਾਈ ਡੈਫੀਨੇਟਲੀ ਉਹਨੂੰ ਉਹ ਕੰਤ ਨਹੀਂ ਮਿਲੇਗਾ। ਜੀਵਨ ਦਾ ਉਹ ਜਿਹੜਾ ਇੱਕ ਯੂਨੀਵਰਸਲ ਕ੍ਰਾਈਟੀਰੀਆ ਜਿਹਦੇ 'ਚ ਜ਼ਿੰਦਗੀ ਵਾਕਿਆ 'ਚ ਹੀ ਫਲਰਿਸ਼ ਹੁੰਦੀ ਹੈ, ਜ਼ਿੰਦਗੀ ਵਾਕਿਆ 'ਚ ਹੀ ਚੜ੍ਹਦੀ ਕਲਾ 'ਚ ਆਉਂਦੀ ਹੈ, ਉਹ ਚੀਜ਼ ਮਿਸ ਕਰ ਦੇਗਾ। ਅਗਲਾ ਬਚਨ ਨਾਲ ਲੈ ਲੈਂਦੇ ਆ ਇਹਦੇ। ਮਹਾਰਾਜ ਕਹਿੰਦੇ ਇਸ ਲਹਿਨ ਦੇ ਬਿਲਮ ਨਾ ਹੋਵੇ, ਰੰਡ ਬੈਠੀ ਦੂਜੇ ਪਾਏ। ਬਾਕੀ ਇਲੂਜ਼ਨ ਇਹ ਲੰਬਾ ਸਮਾਂ ਰਸਦਾਇਕ ਵੀ ਨਹੀਂ ਹੁੰਦਾ, ਇਹ ਲੈ ਜਾਂਦਾ। ਵਿਕਾਰਾਂ ਦੀ ਦੁਨੀਆ 'ਚ ਜੀਣ ਵਾਲੇ ਲੋਕ ਈਵਨ ਸਪੋਜ਼, ਫਿਰ ਮੈਂ ਆਪਣੀ ਕਾਉਂਸਲਿੰਗ ਦੀ ਪ੍ਰੈਕਟਿਸ ਵਿੱਚੋਂ ਐਗਜ਼ਾਮਪਲ ਲਿਆਵਾਂ, ਐਡਿਕਸ਼ਨ ਵਿੱਚੋਂ। ਹੁਣ ਕੋਈ ਨਸ਼ਾ ਪੀਂਦਾ ਹੈ, ਉਹਨੂੰ ਖੁਸ਼ੀ ਮਿਲਦੀ ਹੈ, ਮਸਤੀ ਮਿਲਦੀ ਹੈ, ਬੜਾ ਉਹਨੂੰ ਉਹਦੇ 'ਚ ਮਤਲਬ ਹਾਇਰ ਲੈਵਲ ਫੀਲ ਹੁੰਦਾ, ਹਾਈ ਫੀਲ ਹੁੰਦਾ ਉਸ ਨੂੰ। ਕਿੰਨਾ ਸਮਾਂ? 2 ਚੀਜ਼ਾਂ ਨਹੀਂ ਹੁੰਦੀਆਂ ਜਿੰਨੀ ਦੇਰ ਤੱਕ। ਨੰਬਰ 1, ਬਾਡੀ ਦਾ ਟੋਲਰੈਂਸ ਲੈਵਲ ਨਹੀਂ ਵੱਧਦਾ, ਕਿਉਂਕਿ ਅੱਜ ਸਪੋਜ਼ ਕਰੋ ਕਿਸੇ ਨੂੰ 100 ਗ੍ਰਾਮ, 150 ਗ੍ਰਾਮ, 200 ਗ੍ਰਾਮ ਅਲਕੋਹਲ ਇਨਟੇਕ ਕਰਕੇ ਉਹ ਚੀਜ਼ ਪ੍ਰਾਪਤ ਹੁੰਦੀ ਹੈ। ਲਗਾਤਾਰ 3 ਮਹੀਨੇ 4 ਮਹੀਨੇ ਬਾਅਦ ਬਾਡੀ ਦਾ ਟੋਲਰੈਂਸ ਲੈਵਲ ਵੱਧ ਜਾਏਗਾ 200 ਗ੍ਰਾਮ। ਦੈਟ ਸਬਸਟੈਂਸ ਇਜ਼ ਨੋਟ ਡੂਇੰਗ ਐਨੀਥਿੰਗ। 400 ਗ੍ਰਾਮ ਚਾਹੀਦਾ ਹੁਣ, ਫਿਰ ਹੌਲੀ ਹੌਲੀ 600 ਚਾਹੀਦਾ ਹੈ। ਫਿਰ ਅਲਟੀਮੇਟਲੀ ਸਾਡੇ ਲਿਵਰ ਵਿੱਚ, ਸਾਡੀਆਂ ਕਿਡਨੀਜ਼ ਦੇ ਵਿੱਚ, ਸਾਡੇ ਮੈਟਾਬੋਲਿਜ਼ਮ ਦੇ ਵਿੱਚ ਵੀ ਕੁਝ ਇੱਕ ਉਹਦੀ ਵੀ ਕੈਪੈਸਿਟੀ ਹੈ ਕਿਸੇ ਚੀਜ਼ ਨੂੰ ਹੈਂਡਲ ਕਰਨ ਦੀ। ਜਿਤਨੇ ਜ਼ਿਆਦਾ ਟੌਕਸਿਕਸ ਪਾਈ ਜਾਓਗੇ ਅੰਦਰ, ਉਹ ਜਵਾਬ ਦੇਣਗੇ ਸੌਰੀ ਵੀ ਕੈਨ ਨੋਟ ਹੈਂਡਲ ਐਨੀ ਮੋਰ। ਫਿਰ ਡੀਟੌਕਸੀਫਿਕੇਸ਼ਨ ਹੋਏਗੀ, ਹੌਸਪਿਟਲਾਈਜ਼ ਕਰਨਾ ਪਏਗਾ। ਭਾਈ ਬਾਡੀ ਦੇ ਜ਼ਹਿਰ ਭਰ ਗਿਆ ਸਾਰਾ, ਵਿਡਰੋਲਸ ਹੋਣਗੇ, ਫਿਰ ਜੋ ਡੀਟੌਕਸੀਫਿਕੇਸ਼ਨ ਜਾਏਗਾ। ਫਿਰ ਬੰਦਾ ਸੋਚਦਾ ਓਹੋ ਕਿਤੇ ਉਹੀ ਚੀਜ਼ ਦੁਬਾਰਾ ਆ ਜਾਏ, ਮੈਂ if I can actually revive my health as I used to have. I have heard this sentence so many times. ਲੋਕੀ ਐਵੇਂ ਕਹਿੰਦੇ ਨੇ, ਮੈਂ ਉੱਥੇ ਹੀ ਵਾਪਸ ਪਹੁੰਚ ਜਾਵਾਂ। ਭਈ ਉੱਥੇ ਤੇ ਸੀਗਾ, ਉੱਥੇ ਸੁੱਖ ਨਹੀਂ ਸੀਗਾ, ਉੱਥੇ ਤੇ ਖੁਸ਼ੀ ਨਹੀਂ ਸੀ। ਨੋ ਨੋ ਨੋ, ਹੁਣ ਪਤਾ ਲੱਗਾ ਜਦੋਂ ਮੈਂ ਲੂਜ਼ ਕਰ ਲਈ ਉਹ ਚੀਜ਼ ਕਿੰਨੀ ਵਧੀਆ ਸੀਗੀ। ਸੋ ਇਲੂਜ਼ਨ ਜਿਹੜਾ ਹੈ, ਵਕਾਰ ਵਿੱਚ ਜੀਣਾ, ਇਹ ਖੁਸ਼ੀ ਨਹੀਂ ਦਿੰਦਾ। ਹਾਂ ਪਤਾ ਨਹੀਂ, ਵੱਖਰੀ ਗੱਲ ਹੈ ਬੰਦੇ ਨੂੰ। ਤੇ ਗੁਰੂ ਸਾਹਿਬ ਨੇ ਬਿਆਨ ਇਹ ਵੀ ਕੀਤਾ, ਦੇਖੋ ਦਾਨੇ ਲੋਕ ਕਹਿੰਦੇ ਨੇ ਦੂਜਿਆਂ ਦੀਆਂ ਗਲਤੀਆਂ ਤੋਂ ਆਪ ਸਿੱਖ ਲਵੋ। ਇਹ ਬਹੁਤ ਸਿਆਣੀ ਇੱਕ ਚੋਣ ਹੈ, ਇਟਸ ਵਾਈਜ਼ ਚੋਇਸ। ਆਪ ਗਲਤੀ ਕਰਕੇ ਸਿੱਖ ਲਵੋ, ਇਟਸ ਨੋਟ ਅ ਵਾਈਜ਼ ਚੋਇਸ, ਬਟ ਸਟਿਲ ਇਟ ਕੈਨ ਵਰਕ। ਪਰ ਡਿਪੈਂਡ ਕਰਦਾ ਹੈ ਗਲਤੀ ਕਰਕੇ ਵਾਪਸੀ ਆਉਣ ਦੀ ਉਮੀਦ ਹੈ ਕਿ ਨਹੀਂ ਹੈ। ਤੁਸੀਂ ਸ਼ਾਇਦ ਬਾਰਡਰ 'ਤੇ ਡਰਾਈਵ ਕਰਕੇ ਕਦੀ ਗਏ ਹੋਵੋ, ਜਦੋਂ ਤੁਸੀਂ ਇੱਥੋਂ USA ਬਾਰਡਰ ਕ੍ਰਾਸ ਕਰਦੇ ਹੋ ਅਤੇ ਜਿਹੜੇ ਬ੍ਰਿਜ ਆ ਰਹੇ ਹੈਗੇ ਨੇ ਇੱਥੇ ਬਫਲੋ ਦੇ ਵਿੱਚ, ਜਦੋਂ ਅਸੀਂ ਵੈਨ ਵੀ ਗੋ ਟੂਵਰਡ ਦਾ ਬ੍ਰਿਜਿਸ, ਦੈਟ ਟਾਈਮ ਇੱਕ ਸਰਟਨ ਏਰੀਆ ਹੁੰਦਾ, ਉੱਥੇ ਉਹ ਕਹਿੰਦੇ ਨੇ ਵੀ ਜੇ ਤੁਸੀਂ ਰੋਂਗ ਟਰਨ ਲੈ ਲਈ ਹੈ, ਦਿਸ ਇਜ਼ ਦਾ ਟਾਈਮ, ਦਿਸ ਇਜ਼ ਦਾ ਲਾਸਟ ਪੁਆਇੰਟ, ਯੂ ਕੈਨ ਮੇਕ ਯੂ ਟਰਨ। ਆਫਟਰ ਦੈਟ even you change your mind, oh no I don't want to go States, I don't want to see American actually immigration, no it's I don't want to go there, no there is no choice, now you have to see them। ਹੁਣ ਉੱਥੋਂ ਹੋ ਕੇ ਉਹਨਾਂ ਨੇ ਤੈਨੂੰ ਵਾਪਸ ਮੋੜਨਾ ਰਿਕਾਰਡ 'ਚ ਪਾ ਕੇ, ਬਿਕੋਜ਼ ਇਸ ਤੋਂ ਅੱਗੇ, ਇਹ ਪੁਆਇੰਟ ਤੋਂ ਅੱਗੇ ਹੁਣ ਤੂੰ ਮੁੜ ਨਹੀਂ ਸਕਦਾ। ਸੋ ਇਹ ਵੀ ਹੈ ਗਲਤੀ ਕਈ ਵਾਰੀ ਬੰਦੇ ਦੀ ਹੁੰਦੀ ਜਿਹੜੀ ਇਨ ਟਾਈਮ ਇਨ ਕੰਟਰੋਲ ਹੋਏ, ਬੰਦਾ ਵਾਪਸ ਵੀ ਕਰ ਜਾਂਦਾ। ਪਰ ਕਈ ਵਾਰੀ ਐਸਾ ਹੁੰਦਾ ਲਾਈਨ ਕ੍ਰਾਸ ਹੋ ਜਾਂਦੀ ਹੈ। ਨਾਓ ਯੂ ਹੈਵ ਟੂ ਪੇ ਪ੍ਰਾਈਸ, ਯੂ ਹੈਵ ਟੂ ਐਕਚੁਅਲੀ ਫੇਸ ਦ ਕੌਨਸੀਕੁਐਂਸਿਸ। ਵਟ ਮਹਾਰਾਜ ਇਜ਼ ਸੇਇੰਗ ਹੇਅਰ ਕਿ ਇਹ ਰੰਗ ਤੇ ਲੈ ਜਾਣਾ, ਨੋ ਡਾਊਟ ਇਹ ਲੰਬਾ ਸਮਾਂ ਨਹੀਂ ਚੱਲਦਾ, ਪਰ ਹਾਂ ਇਸ ਲਹਿਨ ਦੇ ਬਿਲਮ ਨਾ ਹੋਵੇ, ਰੰਡ ਬੈਠੀ ਦੂਜਾ ਪਾਏ। ਇੱਥੇ
ਰੰਡ ਰੰਡੀ ਲਫ਼ਜ਼ ਹੈ ਪੰਜਾਬੀ ਦੇ ਵਿੱਚ ਜਾਂ ਭਾਰਤੀ ਖਿੱਤੇ ਦੀਆਂ ਭਾਸ਼ਾਵਾਂ ਦੇ ਵਿੱਚ ਵਿਡੋ ਨੂੰ ਕਿਹਾ ਜਾਂਦਾ ਹੈ। ਵਿਡੋ ਵਾਸਤੇ ਬੇਵਾ ਲਫ਼ਜ਼ ਵੀ ਹੈ, ਵਿਧਵਾ ਲਫ਼ਜ਼ ਵੀ ਹੈ, ਪਰ ਇਹ ਰੰਡੀ ਲਫ਼ਜ਼ ਵੀ ਹੈ। ਇਸ ਲਫ਼ਜ਼ ਨੂੰ ਜੇ ਅਸੀਂ ਲੈਂਗੁਇਸਟਿਕ ਸਾਈਡ ਤੋਂ ਫੈਮੀਲੀਅਰ ਹੋਈਏ ਚੀਜ਼ਾਂ ਦੇ ਨਾਲ, ਆਪਾਂ ਲਫ਼ਜ਼ ਯੂਜ਼ ਕਰਦੇ ਹਾਂ, ਆ ਸਾਡਾ ਪੁੱਤ ਹੈ ਜੀ, ਪੁੱਤ ਹੈ, ਠੀਕ ਹੈ ਜੀ। ਪੁੱਤ ਲਫ਼ਜ਼ ਦੱਸਦਾ ਕਿਸੇ ਭਾਵ ਨੂੰ। ਜਾਂ ਕੋਈ ਕਹਿੰਦਾ ਹਾਂਜੀ ਹਾਂਜੀ ਇਹ ਮੇਰਾ ਹੀ ਮੁੰਡਾ ਹੈ ਜੀ, ਸਮਥਿੰਗ ਇਜ਼ ਨੋਟ ਰਾਈਟ, ਸੋ ਹੈ। ਇਹਨੇ ਇਹ ਨਹੀਂ ਕਿਹਾ ਇਹ ਸਾਡਾ ਬੱਚਾ ਆ, ਸਾਡਾ ਪੁੱਤ ਆ, ਸਾਡਾ ਬੇਟਾ ਆ, ਇਹ ਮੇਰਾ ਹੀ ਮੁੰਡਾ ਆ, ਨਹੀਂ ਵੀ ਹਾਂ ਭਾਈ ਇਹ ਮੇਰੀ ਰਿਸਪੋਂਸੀਬਿਲਿਟੀ ਹੈ, ਬਟ ਐਕਚੁਅਲ ਲੈਵਲ 'ਤੇ ਸਮਥਿੰਗ ਇਜ਼ ਨੋਟ ਰਾਈਟ। ਫਿਰ ਇੱਕ ਨੈਕਸਟ ਵਰਡ ਵੀ ਕਈ ਵਾਰ ਲੋਕ ਯੂਜ਼ ਕਰਦੇ ਨੇ, ਤੁਸੀਂ ਦੇਖਿਆ ਹੋਇਆ ਕਦੇ, ਉਹ ਕਹਿੰਦੇ ਉਹ ਜੀ ਇਹ ਕਪੁੱਤ ਸਾਡਾ ਹੀ ਹੈ। ਵਾਟ ਇਜ਼ ਦਿਸ? ਇਟ ਸ਼ੋਜ਼ ਦੈਟ ਕਿ ਇਹ ਜਿਹੜੀ ਚੀਜ਼ ਆ ਫਿਰ ਬਿਲਕੁਲ ਨੈਗੇਟਿਵ ਆ ਗਿਆ ਵਰਡ, ਇੱਕੋ ਹੀ ਰਿਸ਼ਤੇ ਨੂੰ ਬਿਆਨ ਕਰਨ ਵਾਸਤੇ, ਇੱਕੋ ਹੀ ਚੀਜ਼ ਨੂੰ ਡਿਸਕ੍ਰਾਈਬ ਕਰਨ ਵਾਸਤੇ। ਬੇਵਾ, ਵਿਧਵਾ ਤੇ ਫਿਰ ਰੰਡੀ ਲਫ਼ਜ਼ ਜਿਹੜਾ ਆ, ਗੁਰੂ ਸਾਹਿਬ ਇਸ ਲਫ਼ਜ਼ ਨੂੰ ਇੱਥੇ ਯੂਜ਼ ਕਰਦੇ ਤੇ ਬਿਆਨ ਕਰਦੇ, ਰੰਡ ਬੈਠੀ ਦੂਜੇ ਪਾਏ। ਇਹ ਸਾਡੀ ਰੂਹ ਦੀ ਤੜਪਣ ਦੀ ਗੱਲ ਆ। ਜਿਸ ਰੂਹ ਦਾ ਸਾਈਂ ਨਹੀਂ ਹੋਏਗਾ, ਜਿਹੜੀ ਮਾਨਸਿਕਤਾ ਕਿਸੇ ਹਾਇਰ ਲੈਵਲ ਦੀ ਸੋਚ ਨੂੰ ਫੋਲੋ ਨਹੀਂ ਕਰਦੀ, ਅਲਟੀਮੇਟਲੀ ਜੀਵਨ ਦੇ ਵਿੱਚ ਐਸੀਆਂ ਚੋਇਸਿਸ ਬਣਾਏ ਕਿ ਜਿਹਦੇ ਨਾਲ ਆਪਣੇ ਆਪ ਨੂੰ ਗਿਲਟੀ ਫੀਲ ਹੋਏਗੀ, ਆਪਣੇ ਆਪ ਨੂੰ ਰੋਜ਼ ਲਾਹਣਤਾਂ ਪਾਏਗੀ, ਗਾਲਾਂ ਕੱਢੇਗੀ। ਇਹ ਸਾਰੀ ਹਾਲਤ ਜਿਹੜੀ ਹੈ, ਇਹ ਐਕਚੁਅਲੀ ਉਹ ਹਾਲਤ ਆ ਕਿ ਜਿਵੇਂ ਉਹਦਾ ਲੈਵਲ ਥੱਲੇ ਡਿੱਗ ਰਿਹਾ ਲਗਾਤਾਰ। ਇਸ ਗੁਰੂ ਸਾਹਿਬ ਅੰਦਰ ਦੀ ਬਾਤ ਨੂੰ ਬਿਆਨ ਕਰਦੇ ਦੇ ਵਿੱਚ ਮਹਾਰਾਜ ਕਹਿੰਦੇ ਤੇ ਇਹੋ ਤਾਂ ਰਿਹਾ ਦੂਜੇ ਭਾਏ। ਹੁਣ ਇਹਨੂੰ ਸਿੰਪਲ ਕੀ ਕਰ ਲਈਏ, ਹਰ ਬੰਦਾ ਚਾਹੁੰਦਾ ਜੀਵਨ ਵਿੱਚ ਸਕਸੈਸ ਹੋਏ, ਤੇ ਸਕਸੈਸ ਲਈ ਹਾਰਡ ਵਰਕ ਕਰਨਾ ਪੈਂਦਾ ਹੈ, ਬੜੀ ਪੇਸ਼ੈਂਸ ਚਾਹੀਦੀ ਹੈ, ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਹੈ। ਬੰਦਾ ਕਿ ਆਈ ਡੋਂਟ ਵਾਂਟ ਟੂ ਡੂ ਦੈਟ, ਆਈ ਡੋਂਟ ਵਾਂਟ ਟੂ ਐਕਚੁਅਲੀ do hard work, I don't want to prove myself, I don't want to actually go with the ਜਿਹੜਾ ਨੈਚੁਰਲ ਪੇਸ ਹੈ ਉਹਦੇ ਨਾਲ। ਹਾਂ ਮੈਨੂੰ ਸ਼ਾਰਟਕਟ ਚਾਹੀਦਾ। ਕਈ ਵਾਰ ਕੀ ਹੁੰਦਾ ਹੈ, ਸ਼ਾਰਟਕਟ ਮਿਲ ਜਾਂਦਾ ਹੈ, ਪਰ ਸ਼ਾਰਟਕਟ ਕਈ ਵਾਰੀ ਸਹੀ ਜਗ੍ਹਾ ਦੀ ਜਗ੍ਹਾ 'ਤੇ ਕਿਸੇ ਹੋਰ ਜਗ੍ਹਾ 'ਤੇ ਲੈ ਜਾਂਦਾ ਬੰਦੇ ਨੂੰ। ਦੂਜੇ ਭਾਏ ਦਾ ਮਤਲਬ ਇਹ ਹੈ, ਮੈਂ ਚਾਹੁੰਦਾ ਤੇ ਹਾਂ ਆਊਟਕਮ ਚੰਗਾ ਮਿਲੇ, ਬਟ ਦ ਪਾਥ ਆਈ ਐਮ ਫੋਲੋਇੰਗ ਵਿਚ ਇਜ਼ ਨੋਟ ਰਾਈਟ। ਉਹਦਾ ਪਾਥ ਫੋਲੋ ਸਹੀ ਨਹੀਂ ਕਰਨਾ। ਹਰ ਬੰਦਾ ਚਾਹੁੰਦਾ ਖੁਸ਼ੀ ਮਿਲੇ, ਸੁੱਖ ਮਿਲੇ। ਅਸੀਂ ਗੁਰੂ ਸਾਹਿਬ ਦੇ ਬੜੀ ਵਾਰੀ ਬਚਨ ਵਿਚਾਰਦੇ ਹਾਂ, ਸੁੱਖ ਕੋ ਮੰਗ ਹੈ ਬਹੁਤ ਬਹੁਤ, ਦੁੱਖ ਨਾ ਮੰਗ ਹੈ ਕੋਈ ਦੁੱਖ ਨਹੀਂ ਮੰਗਦਾ, ਸੁੱਖ ਹੀ ਮੰਗ ਰਹੇ। ਪਰ ਸਾਹਿਬ ਕਹਿੰਦੇ ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਜਿੰਨੀ ਸੁੱਖ ਦੀ ਖਾਸ਼ ਰੱਖੀ, ਦੁੱਖ ਉਹਨਾਂ ਵੱਧ ਕੇ ਆਇਆ। ਮਨ ਦੇ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ। ਰੀਜ਼ਨ ਇਹ ਹੈ, ਚਾਹਤ ਤੇ ਹੈਵਨ ਦੀ ਸੀ, ਪਰ ਜਿਹੜਾ ਪਾਥ ਫੋਲੋ ਕੀਤਾ, ਦੈਟ ਪਾਥ ਇਜ਼ ਲੀਡਿੰਗ ਟੂਵਰਡ ਹੈਲ। ਸੋ who's gonna actually save you in that situation? ਇਹ ਜਿਹੜੀ ਹਾਲਤ ਆ, ਮਤਲਬ ਦੁਆ ਹੈ ਇਹਦੇ ਵਿੱਚ। ਇੱਛਾ ਇਹ ਹੈ, ਚੀਜ਼ ਕਰ ਹੋ ਰਿਹਾ ਵਾ। ਇੱਛਾ ਦੇ ਵਿੱਚ ਜਿਹੜੀ ਖਾਹਸ਼ ਹੈ, ਲਾਸਟ ਜਿਹੜੀ ਮੰਜ਼ਲੇ ਮਕਸੂਦ ਆ ਉਹਦੇ ਵਿੱਚ, ਤੇ ਜਿਹੜੀਆਂ ਚੋਇਸਿਸ ਬਣਾ ਰਿਹਾ, ਮਿਸਮੈਚ ਹੋ ਰਿਹਾ ਹੈਗਾ। ਇਸ ਨੂੰ ਸਾਹਿਬ ਨੇ ਕਿਹਾ, ਰੰਡ ਬੈਠੀ ਦੂਜੇ ਭਾਏ, ਮੁੰਦ ਇਆਣੀ ਦੁਮਣੀ। ਫਿਰ ਕਿਹਾ ਗਿਆ, ਇਹ ਗੁਰਬਾਣੀ ਦਾ ਵਾਰ-ਵਾਰ ਅਹਿਸਾਸ ਕਰੀਏ ਨਾ, ਮਹਾਰਾਜ ਫਿਰ ਸਾਨੂੰ ਇਸ ਤਰ੍ਹਾਂ ਕਹਿ ਲਓ ਕਿ ਸਾਨੂੰ ਸਪੇਅਰ ਕਰ ਦਿੰਦੇ, ਸਾਨੂੰ ਬਚਾ ਦਿੰਦੇ, ਸਾਨੂੰ ਕਹਿੰਦੇ ਇਹ ਅਜਾਣਾ ਆ, ਦਾਤਾ ਤਰਸ ਕਰੀ ਇਹਦੇ ਤੇ। ਇਹਨੂੰ ਸਮਝ ਨਹੀਂ ਗਈ, ਇਹਦੇ ਤੋਂ ਗਲਤੀ ਕਿਤੇ ਅਣਜਾਣੇ 'ਚ ਹੋ ਰਹੀ ਹੈ। ਕਿਆ ਮੁੰਦ ਅਜਾਣੀ ਦੁਮਣੀ ਦੋ ਮਨਾਂ ਵਾਲੀ। ਮਨੁੱਖ ਦੀ ਜਿਹੜੀ, ਮੈਂ ਇੰਝ ਕਹਿ ਲਓ ਕਿ ਮੈਂਟਲ ਹਾਲਤ ਆ, ਮੈਂਟਲ ਕੰਡੀਸ਼ਨ ਆ, ਇਹਦੇ 'ਚ ਸਭ ਤੋਂ ਜਿਹੜੀ, ਜਿਹਨੂੰ ਕਹਿ ਲਓ ਕਿ ਕਿਸੇ ਵੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਦਾ ਵੈਰੀ ਬਿਗਨਿੰਗ ਲੈਵਲ ਆਫ ਆਵਰ ਮਿਜ਼ਰੀ ਇਜ਼ ਡੁਐਲਿਟੀ। ਇਹ ਮਾਰਦੀ ਬੰਦੇ ਨੂੰ। ਜਿੱਥੇ ਦੂਚਿੱਤੀ ਆਈ ਨਹੀਂ, ਦੁਬਿਧਾ ਆਈ ਨਹੀਂ। ਦੁਬਿਧਾ ਦਾ ਮਤਲਬ ਇਹ ਹੁੰਦਾ, ਸਹੀ ਦਾ ਵੀ ਪਤਾ ਹੈ ਤੇ ਗਲਤ ਦਾ ਵੀ ਪਤਾ ਹੈ, ਪਰ ਚੂਜ਼ ਨਹੀਂ ਕਰ ਪਾ ਰਿਹਾ, ਇੱਧਰ ਜਾਵਾਂ ਕਿ ਇੱਧਰ ਜਾਵਾਂ। ਜਿਵੇਂ ਤੁਸੀਂ ਕਈ ਵਾਰ ਇੰਗਲਿਸ਼ ਦੀ ਇੱਕ ਸੇਇੰਗ ਸੁਣੀ ਹੋਏਗੀ, ਯੂ ਸਨੂਜ਼ ਯੂ ਲੂਜ਼।
ਤੁਸੀਂ ਡਿਲੇ ਕੀਤਾ ਨਹੀਂ, ਮਤਲਬ ਜਿਹਨੂੰ ਬਾਣੀ ਇਹ ਅੱਜ ਥੈਰੇਪੀ 'ਚ ਬਿਲਕੁਲ ਇਸੇ ਤਰੀਕੇ ਨੂੰ ਸਮਝਾਇਆ ਜਾਂਦਾ। ਗੁਰੂ ਅਰਜਨ ਸਾਹਿਬ ਦੇ ਸ਼ਲੋਕ ਸਹਿਸਕ੍ਰਿਤ ਅਸੀਂ ਪੜ੍ਹਦੇ ਹਾਂ, ਬਿਲਮ ਪਾਪੰ ਨ ਬਿਲਮ ਧਰਮੰ ਦ੍ਰਿੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤੰ ਕਿਲ ਵਿਕਨਾਸਨੰ। ਕਿਆ ਜੇ ਪਾਪ ਕਰਨ ਲੱਗਾ ਵਿਲੰਬ ਪਾ ਦੇ, ਦੇਰੀ ਪਾ ਦੇ, ਇਹ ਵਧੀਆ ਬੈਟਰ ਆ। ਤੇ ਜੇ ਧਰਮ ਕਮਾਉਣ ਲੱਗਾ ਡੋਂਟ ਟਰਾਈ ਟੂ ਡਿਲੇ ਇਟ ਐਟ ਆਲ, ਨੋ ਡੂ ਇਟ ਰਾਈਟ ਵੇ। ਜੇ ਤੂੰ ਇਹਦੇ 'ਚ ਕਿਸੇ ਤਰੀਕੇ ਦੇ ਨਾਲ ਤੂੰ ਕਹਿ ਨਾ ਵੀ ਓਕੇ ਕੋਈ ਗੱਲ ਨਹੀਂ, ਬੰਦੇ 'ਚ ਜਿਵੇਂ ਆ ਜਾਂਦਾ ਹੈਗਾ ਕਿ ਕੋਈ ਨਾ ਬੰਦਾ ਸਰਕਾਸਟਿਕ ਵੇ ਨਾਲ ਚੀਜ਼ਾਂ ਨੂੰ ਵੇਖਦਾ ਆ, ਉਹ ਆਪਾਂ ਕਰ ਹੀ ਲੈਣਾ, ਇਹ ਕਿਹੜੀ ਵੱਡੀ ਗੱਲ ਆ। ਬੰਦਾ ਪੋਸਟਪੋਨ ਕਰਦਾ ਚੀਜ਼ਾਂ ਨੂੰ, ਬੰਦਾ ਉਸ ਲੈਵਲ 'ਤੇ ਲਈ ਜਾਂਦਾ ਜਿੱਥੇ ਜਾ ਕੇ ਬੰਦਾ ਕਹਿੰਦਾ ਕੋਈ ਅਜੇ ਕੁਛ ਨਹੀਂ ਵਿਗੜਿਆ, ਆਪਾਂ ਕਰ ਲਿਆ, ਸਮਝੋ ਕਿ ਆਪਾਂ ਨੂੰ ਕਿਹੜਾ ਉਹਦੇ 'ਚ ਫਰਕ ਪੈਣ ਦਿਆ ਕੋਈ। ਅਲਟੀਮੇਟਲੀ ਹੁੰਦਾ ਕੀ ਹੈ, ਜਿਹੜਾ ਰੋਂਗ ਥਾਟ ਆ ਉਹ ਵਿਨ ਕਰ ਜਾਂਦਾ ਹੈ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਮੁੰਦ ਇਆਣੀ ਡੂਮਣੀ। ਇਹ ਪ੍ਰੋਕਾਸਟੀਨੇਸ਼ਨ ਕਰਦਿਆਂ ਬੰਦਾ ਉੱਥੇ ਚਲਾ ਗਿਆ ਜਿੱਥੇ ਉਹ ਲੂਜ਼ ਕਰ ਗਿਆ ਸਾਰਾ ਕੁਝ। ਕਿਆ ਮੁੰਦ ਇਆਣੀ ਡੂਮਣੀ ਸੂਹਾ ਵੇਸ ਲੁਭਾਏ, ਤੇ ਸੂਹਾ ਵੇਸ ਲੁਭਾਉਂਦਾ ਰਿਹਾ। ਇਹਦੀ ਸਿੰਪਲ ਐਗਜ਼ਾਮਪਲ ਕਹਿ ਲਓ, ਅੱਜ ਕੱਲ੍ਹ ਜਿਵੇਂ ਬੱਚੇ ਆਨਲਾਈਨ ਸਕੂਲਿੰਗ ਕਰਦੇ ਨੇ ਤੇ ਬੱਚਾ ਬੈਠਾ ਆ, ਕੋਈ ਉਹਦੀ ਅਸਾਈਨਮੈਂਟ ਆ, ਕੋਈ ਉਹਦਾ ਟਾਸਕ ਆ, ਕੋਈ ਟੈਸਟ ਆ, ਤੇ ਉਸ ਜਦੋਂ ਟੈਸਟ ਕਰਨ ਲੱਗਾ ਉਸੇ ਸਮੇਂ ਕੋਈ YouTube ਦੀ ਵੀਡੀਓ ਪੌਪ ਅਪ ਹੁੰਦੀ ਹੈ, ਕੋਈ ਈਮੇਲ ਪੌਪ ਅਪ ਹੁੰਦੀ, ਤਾਂ ਫਰੈਂਡ ਉਹਨੂੰ ਭੇਜਦਾ, ਰਾਈਟ ਵੇ ਉਹ ਵੇਖਦਾ, ਉਹਨੂੰ ਪੜ੍ਹਨ ਲੱਗਦਾ ਤੇ ਵੇਖਦਾ ਟਾਈਮ ਅਜੇ ਹੈਗਾ, ਆਈ ਹੈਵ 15 ਮਿੰਟਸ, ਸੋ ਲੈਟਸ ਰੀਡ ਇਟ, ਲੈਟਸ ਵਾਚ ਫॉर 2 ਮਿੰਟਸ, ਲੈਟਸ ਵਾਚ ਫॉर 3 ਮਿੰਟਸ। ਉਹ ਕਰਦਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਉਹਦੇ ਕੋਲ ਟਾਈਮ ਹੀ ਨਹੀਂ ਰਹਿੰਦਾ। ਓ ਮਾਈ ਗॉश, ਟਾਈਮ ਇਜ਼ ਓਵਰ, ਨਾਓ ਵੇਅਰ ਟੂ ਗੋ। ਇੱਥੇ ਜਾ ਕੇ ਗੁਰੂ ਸਾਹਿਬ ਕਹਿੰਦੇ ਇਹ ਲੁਭਾਏ, ਗਲਤ ਚੀਜ਼ ਨੇ ਆਪਣੇ ਲੁਭਾਉਣ ਦਾ ਮਤਲਬ ਹੈਗਾ ਉਹਨੇ ਆਪਣੇ ਮਗਰ ਲਗਾ ਲਿਆ, ਉਹਨੇ ਬੜੇ ਲਿਊਰਿੰਗ ਵੇ ਦੇ ਨਾਲ ਮੈਨੂੰ ਆਪਣੇ ਨਾਲ ਹੁੱਕ ਕਰ ਲਿਆ। ਉਹਦੀ ਬਾਤ ਕੀਤੀ ਇਹਦੇ 'ਚ। ਸ਼ਬਦ ਸੱਚਾ ਰੰਗ ਲਾਲ ਕਰ। ਮਹਾਰਾਜ ਪ੍ਰੋਬਲਮ ਤੇ ਹੈਗੀ ਹੈ, ਪਰ ਬਚਾਅ ਦਾ ਸਾਧਨ ਵੀ ਤੇ ਹੋਏਗਾ। ਸਭ ਕਹਿੰਦੇ ਹਾਂ ਸ਼ਬਦ ਸੱਚਾ ਰੰਗ ਲਾਲ ਕਰ। ਜਿਹੜਾ ਆਪਣੀ ਜੀਵਨ ਦੀ ਲਾਲਿਮਾ, ਜੀਵਨ ਨੂੰ ਸਹੀ ਰੂਪ ਵਿੱਚ ਗਲੋਰੀਫਾਈ ਕਰਨਾ ਹੈ ਨਾ, ਉਹਨੂੰ ਲਾਲੀ 'ਚ ਚੜਾਉਣਾ ਹੈਗਾ। ਸ਼ਬਦ ਸੱਚਾ, ਸੱਚਾ ਸ਼ਬਦ ਨੂੰ ਫੋਲੋ ਕਰ, ਸਹੀ ਸਿੱਖਿਆ ਨੂੰ, ਸਹੀ ਉਪਦੇਸ਼ ਨੂੰ, ਸਹੀ ਸੰਦੇਸ਼ ਨੂੰ। ਆਪਾਂ ਅਹਿਸਾਸ ਕਰੀਏ ਇਹਦੇ 'ਚ ਸ਼ਬਦ ਦੀ ਜਦੋਂ ਗੱਲ ਕਰਦੇ ਹਾਂ, ਸੰਗਤ ਦਾ ਕੌਨਸੈਪਟ ਵੱਡੇ ਲੈਵਲ 'ਤੇ ਆਉਂਦਾ ਇਹਦੇ ਅੰਦਰ। ਕਿਉਂਕਿ ਮੈਂ ਕਿਸੇ ਨੂੰ ਕਹਿ ਰਿਹਾ ਵੀ ਭਾਈ ਚੋਇਸਿਸ ਚੰਗੀਆਂ ਬਣਾਉਣੀਆਂ ਚਾਹੀਦੀਆਂ ਨੇ, but at the same time I'm not making myself good choices. People not gonna listen it, not gonna follow it, and definitely end result ਇਹਦਾ ਜ਼ੀਰੋ, ਮੇਰੇ ਲਈ ਵੀ ਹੈ, ਦੂਜਿਆਂ ਲਈ ਵੀ ਹੈ। ਘਰਾਂ ਥਾਵਾਂ ਦੇ ਵਿੱਚ ਸੱਚ ਨੂੰ ਫੋਲੋ ਕਰਨਾ, ਸੱਚੇ ਸ਼ਬਦ ਨੂੰ ਫੋਲੋ ਕਰਨਾ, ਇਹ ਗਰੋਨ ਅਪ ਦੀ ਡਿਊਟੀ ਹੁੰਦੀ ਹੈ। ਉੱਥੋਂ ਸ਼ੁਰੂਆਤ ਹੁੰਦੀ ਹੈ। ਜਦੋਂ ਉਹ ਪਾਥ ਫੋਲੋ ਕਰਦੇ ਨੇ ਫਿਰ ਹੌਲੀ ਹੌਲੀ ਥੱਲੇ ਉਹਦਾ ਇੰਪੈਕਟ ਪੈਂਦਾ ਹੈ। ਸੋਸਾਇਟੀ ਦੇ ਅਤੇ ਕਮਿਊਨਿਟੀ ਦੇ ਵਿੱਚ ਲੀਡਰਸ਼ਿਪ ਦਾ ਰੋਲ ਹੁੰਦਾ ਹੈ। ਵਨ ਆਈ ਐਮ ਸੇਇੰਗ ਲੀਡਰਸ਼ਿਪ, ਉਹਦੇ 'ਚ ਰਿਲੀਜੀਅਸ ਲੀਡਰਸ਼ਿਪ ਆਉਂਦੀ ਹੈ, ਸੋਸ਼ਲ ਲੀਡਰਸ਼ਿਪ ਆਉਂਦੀ ਹੈ, ਪੋਲੀਟੀਕਲ ਲੀਡਰਸ਼ਿਪ ਉਹ ਵੀ ਆਉਂਦੀ ਹੈ। ਪਰ ਸਮਾਜ ਵਿੱਚ ਜਦੋਂ ਬਹੁਤ ਜ਼ਿਆਦਾ ਲੁਭਾਏ, ਉਹ ਚੀਜ਼ ਲੁਭਾਉਣ ਲੱਗ ਜੇ ਬੰਦੇ ਨੂੰ। ਮੈਂ ਬਾਈ ਚਾਂਸ ਅੱਜ ਹੀ ਗੱਲ ਕਰ ਰਿਹਾ ਸੀ ਕਿਸੇ ਦੇ ਨਾਲ ਕੈਰੀਅਰ ਬਾਬਤ। ਕੋਈ ਯੰਗਸਟਰ ਸੀਗਾ ਅਤੇ ਗੱਲ ਹੋ ਰਹੀ ਸੀਗੀ ਸਾਈਕੋਲੋਜੀ ਦੇ ਫੀਲਡ ਵਿੱਚ ਐਜੂਕੇਸ਼ਨ ਕਰਨ ਬਾਰੇ, ਇਸ ਤਰੀਕੇ ਦੀ ਥੈਰੇਪੀ ਨੂੰ ਐਜ਼ ਏ ਕੈਰੀਅਰ ਦੇ ਤੌਰ 'ਤੇ ਅਡੋਪਟ ਕਰਨ ਦੀ। We had really good discussion. At the end, she asked me, okay, so money wise ਇਹਦੇ 'ਚ ਕਿੰਨਾ ਕੁ ਸਕੋਪ ਆ? I'm sorry. ਜੇ ਇਹੀ ਗੋਲ ਲੈ ਕੇ ਆਉਣਾ ਇਹਦੇ ਵਿੱਚ, then this is not the good field for you. ਕਿਉਂਕਿ ਇਹ ਤੇ ਹਿਊਮੈਨਿਟੀ ਦੀ ਵੈਲ ਬੀਇੰਗ ਦਾ ਕੰਮ ਹੈ। ਇਹਦੇ ਵਿੱਚ ਹਾਂ ਜ਼ਰੂਰਤਾਂ ਸਾਰਿਆਂ ਦੀਆਂ ਨੇ, ਸਾਰਿਆਂ ਦੀਆਂ ਫਾਈਨੈਂਸ਼ੀਅਲ ਨੀਡਸ ਫੁੱਲਫਿਲ ਹੋਣੀਆਂ ਚਾਹੀਦੀਆਂ ਤੇ ਉਹ ਹੋ ਜਾਣਗੀਆਂ। ਬਟ ਇਫ ਸਮਨ ਇਜ਼ ਲੁਕਿੰਗ ਰੀਅਲੀ ਐਕਚੁਅਲੀ ਕਾਈਂਡ ਆਫ very well paid career and very high money, then that's not the field. ਕਿਉਂਕਿ ਇੱਥੇ ਤੇ ਬੜੀ ਵਲਨਰੇਬਿਲਿਟੀ ਦੇ ਵਿੱਚ ਲੋਕ ਰਹਿੰਦੇ ਨੇ, ਉਹਨਾਂ ਲੋਕਾਂ ਨਾਲ ਡੀਲ ਕਰਨਾ ਆ।
ਇੱਥੇ ਤੇ ਫੋਕਸ ਸਾਰੇ ਦਾ ਸਾਰਾ ਕਿਸੇ ਦੀ ਹੈਲਪ ਕਰਨਾ ਆ। ਦਿਸ ਫੀਲਡ ਇਜ਼ ਫॉर ਹੈਲਪਰਸ, ਨੋਟ ਫॉर ਦਾ ਅਰਨਰਸ। ਉਹਨਾਂ ਲਈ ਹੋਰ ਫੀਲਡ ਹੈਗੇ ਨੇ ਬਹੁਤ ਸਾਰੇ। ਹੁਣ ਆਹ ਜਿਹੜੀ ਚੀਜ਼ ਹੈ, ਇੱਥੇ ਜਾ ਕੇ ਪਤਾ ਲੱਗਦਾ ਹੈ ਬੰਦੇ ਨੂੰ ਕੋਈ ਹੋਰ ਚੀਜ਼ ਅਟਰੈਕਟ ਕਰ ਰਹੀ ਹੈ, ਉਸ ਨੂੰ ਜੀਵਨ ਦਾ ਸੱਚ ਇਹ ਨਜ਼ਰ ਪੈ ਰਿਹਾ ਕਿ ਬਸ ਕੋਲ ਸਰਮਾਇਆ ਹੋਏ ਇਹ ਚੀਜ਼ਾਂ ਹੀ ਵਰਕ ਕਰਦੀਆਂ ਨੇ। ਤੇ ਇਹ ਪਰਿਵਾਰਾਂ ਦੀ ਟ੍ਰੇਨਿੰਗ ਹੁੰਦੀ ਹੈ, ਉਸ ਟ੍ਰੇਨਿੰਗ ਵਿੱਚ ਸੁਸਾਇਟੀ ਬਿਲਡ ਹੁੰਦੀ ਹੈ, ਉਹਦੇ 'ਚ ਫਿਰ ਮਾਡਲਸ ਰੈਡੀ ਹੁੰਦੇ ਨੇ ਸਾਰੇ ਦੇ ਸਾਰੇ। ਇਹ ਸਭ ਦੇ ਨਾਲ ਅਸੀਂ ਸਭ ਗਰਕਦੇ ਹੈਗੇ ਹਾਂ। ਜਦੋਂ ਇੱਕ ਮਾਡਲ ਹੀ ਫੋਲੋ ਕੀਤਾ ਜਾਏ ਕਿ ਭਾਈ ਆਲੇ ਦੁਆਲੇ ਨੂੰ ਵੈਲਬੀਂਗ ਲਈ ਕੰਮ ਕਰਨਾ ਹੈ, ਭਲਾਈ ਲਈ ਕੰਮ ਕਰਨਾ ਹੈ, ਚੰਗਿਆਈ ਲਈ, ਅੱਛਾਈ ਲਈ, ਘਰਾਂ ਥਾਵਾਂ 'ਤੇ ਵੀ ਹੋਏ। ਅੱਜ ਕੱਲ੍ਹ ਤਾਂ ਈਵਨ ਥੈਰੇਪੀਜ਼ ਦੇ ਵਿੱਚ ਚੀਜ਼ਾਂ ਆ ਗਈਆਂ ਨੇ, ਸਿਸਟੈਮਿਕ ਅਪਰੋਚ 'ਚ ਅਡੋਪਟ ਕੀਤੀ ਗਈ ਗੱਲ ਕਿ ਫੈਮਲੀਜ਼ ਸ਼ਾਮ ਨੂੰ ਐਟਲੀਸਟ ਇਕੱਠੇ ਬੈਠਣ ਅਤੇ ਬੈਠ ਕੇ ਥੋੜ੍ਹੀ ਗੱਲ ਕਰਨ, ਕਨਵਰਸੇਸ਼ਨ। ਅਤੇ ਕਨਵਰਸੇਸ਼ਨ ਇਸ ਗੱਲ 'ਤੇ ਹੋਏ ਕਿ ਅੱਜ ਕੀ ਕਮਾਇਆ, ਕੀ ਗਵਾਇਆ। ਹੁਣ ਕਮਾਇਆ ਗਵਾਇਆ ਸਿਰਫ ਮਨੀ ਵਾਈਜ਼ ਨਹੀਂ ਹੁੰਦਾ। ਕਮਾਇਆ ਗਵਾਇਆ ਇਹ ਹੈ ਅੱਜ ਕਿਸੇ ਦੀ ਹੈਲਪ ਹੋਈ ਮੇਰੇ ਕੋਲੋਂ, ਅੱਜ ਮੈਂ ਆਊਟ ਆਫ ਦਾ ਵੇ ਜਾ ਕੇ ਕਿਸੇ ਦੇ ਕਿਸੇ ਕੰਮ ਆ ਸਕਿਆ। ਇਹੋ ਜਿਹੇ ਸਟੈਂਡਰਡ ਖੜੇ ਹੋਣ ਫੈਮਲੀਜ਼ ਦੇ ਵਿੱਚ, ਇਹ ਸੱਚ ਦਾ ਮਾਰਗ ਹੈ ਜੀ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਇਹ ਉਹ ਸੰਤ ਦਾ ਮਾਰਗ ਧਰਮ ਦੀ ਪੌੜੀ ਹੈ। ਹਾਂ, ਚੜ੍ਹਨੀ ਪੈਂਦੀ ਹੈ। ਆਪ ਦੇਖੋਗੇ ਨਾ, ਜਿਹੜਾ ਹੈ ਤੇ ਮਾਰਗ, ਪਰ ਉਹ ਮਾਰਗ ਆਮ ਮਾਰਗ ਨਹੀਂ, ਸਮੂਥ ਨਹੀਂ ਗਾ, ਪੌੜੀਆਂ ਵਾਲਾ। ਤੇ ਜਦੋਂ ਸਟੈਪਸ ਦੇ ਉੱਤੇ ਚੜ੍ਹਨਾ ਹੋਏ ਨਾ, ਫਿਰ ਥੋੜ੍ਹੀ ਐਕਸਟਰਾ ਐਫਰਟ ਪਾਉਣੀ ਪੈਂਦੀ ਹੈ। ਇੱਕ ਪੈਰ ਥੱਲੇ ਰੱਖ ਕੇ ਦੂਜਾ ਪੈਰ ਉੱਤੇ ਰੱਖਣ ਲਈ, ਤੇ ਕਈ ਵਾਰੀ ਰੇਲਿੰਗ ਦੀ ਸਪੋਰਟ ਵੀ ਲੈਣੀ ਪੈਂਦੀ ਹੈ। ਕਈ ਵਾਰੀ ਮਤਲਬ ਇਹ ਸਭ ਚੀਜ਼ਾਂ, ਇਹ ਇਸ ਤਰੀਕੇ ਨਾਲ ਆਪਣੀ ਅਪਲਿਫਟਿੰਗ ਆ ਅੰਦਰ ਦੀ, ਉਹਦੀ ਬਾਤ ਹੋ ਰਹੀ ਹੈ। ਗੁਰੂ ਸਾਹਿਬ ਕਹਿੰਦੇ, ਸ਼ਬਦ ਸੱਚਾ ਰੰਗ ਲਾਲ ਕਰ, ਭੈ ਪਾਏ ਸ਼ਿੰਗਾਰ ਬਣਾਏ। ਭੈ ਪਾਏ, ਕਿਸੇ ਵੱਡੇ ਭੈ ਭਾਵ ਵਿੱਚ ਰਹਿਣਾ। ਭੈ ਦਾ ਮਤਲਬ ਡਰ ਹੁੰਦਾ, ਭਾਵ ਦਾ ਮਤਲਬ ਮੁਹੱਬਤ ਹੁੰਦਾ, ਖਲੂਸ। ਬੰਦਾ ਦੋ ਹੀ ਚੀਜ਼ਾਂ ਨਾਲ ਕੰਮ ਕਰਦਾ ਹੈ, ਜਾਂ ਲਾਲਚ ਜਾਂ ਡਰ, ਕੋਈ ਤੀਸਰੀ ਚੀਜ਼ ਨਹੀਂ ਹੈ। ਲਾਲਚ ਉਹਨੂੰ ਕੰਮ ਕਰਾ ਰਿਹਾ, ਡਰ ਉਹਨੂੰ ਕੰਮ ਕਰਾ ਰਿਹਾ। ਲਾਲਚ ਦਾ ਲੈਵਲ ਹੋ ਸਕਦਾ ਹੈ, ਜਿਵੇਂ ਪਹਿਲੀ ਗੱਲ ਕੀਤੀ, ਕਈਆਂ ਦਾ ਲਾਲਚ ਡਾਇਰੈਕਟ ਇਨਸਟੈਂਟ ਪ੍ਰੋਫਿਟ ਹੁੰਦਾ। ਜਿਵੇਂ ਆਪਨੇ ਕਈ ਵਾਰੀ ਕਹਾਣੀ ਸੁਣੀ ਹੋਏਗੀ ਕਿ ਸੋਨੇ ਦੀ ਮੁਰਗੀ ਦੇਣ ਵਾਲੀ ਮੁਰਗੀ, ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸੀ, ਤੇ ਇੱਕਦਮ ਉਹਨੇ ਮਾਰ ਦਿੱਤੀ। ਇਨਸਟੈਂਟ ਪ੍ਰੋਫਿਟ। ਬੰਦਾ ਫਾਇਦੇ ਦੀ ਬਜਾਏ ਆਪਣਾ ਨੁਕਸਾਨ ਕਰ ਲੈਂਦਾ। ਇਹਦੇ ਲਈ ਜੇ ਕਿਤੇ ਲੌਂਗ ਟਰਮ ਗੋਲ ਰੱਖਿਆ ਜਾਏ ਵੀ ਓਕੇ ਗਰੋ ਕਰਨਾ ਹੈ, ਪਰ ਸਹੀ ਤਰੀਕੇ ਦੇ ਨਾਲ। ਇਹਦਾ ਮਤਲਬ ਇਹ ਹੈ ਕਿ ਲਾਲਚ ਚੱਲ ਰਿਹਾ, ਪਰ ਲਾਲਚ ਵਿੱਚ ਵੀ ਕੋਈ ਬੈਲੈਂਸ ਹੈ। ਇਹ ਹੈ ਧਾਰਮਿਕ ਬੰਦਾ ਬਿਲਕੁਲ ਲਾਲਚ ਵਿਹੀਨ ਹੋ ਜਾਂਦਾ, ਨਹੀਂ ਨਹੀਂ, ਉਹਦਾ ਲਾਲਚ ਤੇ ਬੜਾ ਵੱਡਾ ਆ। ਉਹਦਾ ਲਾਲਚ ਤੇ ਬਿਲਕੁਲ ਪਿਓਰ ਹੋ ਗਿਆ, ਵੱਡਾ ਹੋ ਗਿਆ। ਉਹਦਾ ਲਾਲਚ ਤੋਂ ਉਸ ਲੈਵਲ ਤੇ ਚਲਾ ਗਿਆ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਂ ਰੇ। ਮਾਲਕਾ ਇੱਥੇ ਹੋਰ ਕੁਛ ਨਹੀਂ, ਤੂੰ ਮੈਨੂੰ ਇਹ ਕਹੇ ਕਿ ਤੂੰ ਮੈਨੂੰ ਕੋਈ ਟੋਏ ਦੇ ਕੇ ਖੇਡਣ ਲਈ ਲਗਾ ਦੇਂਗਾ ਤੇ ਆਮ ਗੋਨਾ ਫੋਰਗੇਟ ਅਬਾਊਟ ਯੂ। ਤੂੰ ਮੈਨੂੰ ਕਿਸੇ ਖਾਣ ਵਾਲੀ ਚੀਜ਼ ਲਾ ਦੇਂਗਾ ਤੇ ਆਮ ਗੋਨਾ ਐਕਚੁਅਲੀ ਗੈਟ ਇਨਵੋਲਵਡ ਦੇਅਰ। ਨੋ ਨੋ ਨੋ, ਆਈ ਵਾਂਟ ਓਨਲੀ ਯੂ ਐਂਡ ਯੋਰਸੈਲਫ। ਆਈ ਵਾਂਟ ਯੂਰ ਕੰਪਨੀ। ਆਈ ਵਾਂਟ ਟੂ ਲਿਵ ਇਨ ਦਾ ਸਟੇਟ ਆਫ ਯੂਰ ਪ੍ਰੈਜ਼ੈਂਸ। ਹੁਣ ਆਹ ਜਿਹੜੀ ਚੀਜ਼ ਹੈ, ਇਹ ਬੜੀ ਹਾਇਰ ਲੈਵਲ ਦੀ ਹੈ। ਤੇ ਇਹਦੇ ਵਾਸਤੇ ਫਿਰ ਗੁਰੂ ਸਾਹਿਬ ਨੇ ਕਿਹਾ, ਇਹਦੇ ਲਈ ਦੂਜੀ ਚੀਜ਼ ਕੀ ਹੈ? ਇੱਕ ਤੇ ਹੈਗਾ ਲਾਲਚ, ਦੂਸਰਾ ਡਰ। ਵੀ ਮੈਂ ਕੁਝ, ਹੁਣ ਡਰ ਹੀ ਹੁੰਦਾ, ਲੋਕ ਕੋਈ ਚੀਜ਼ ਅਚੀਵ ਕਰਦੇ ਬਣਾਉਂਦੇ ਤੇ ਫਿਰ ਡਰ ਹੁੰਦਾ ਟੁੱਟ ਨਾ ਜਾਏ, ਕਿਤੇ ਗਵਾਚ ਨਾ ਜਾਏ। ਸੋ ਫਿਰ ਬਹੁਤ ਸੰਭਲ ਕੇ ਕੰਮ ਕਰਦੇ, ਬੜਾ ਸੰਭਾਲ ਕੇ ਆਪਣੇ ਆਪ ਨੂੰ ਚੱਲਦੇ। ਆਪਣੇ ਆਪ ਨੂੰ ਬਿਲਡ ਕਰਨਾ ਹੈ, ਉਸ ਨਾਤੇ ਨੂੰ, ਰਿਸ਼ਤੇ ਨੂੰ ਰੱਬੀ ਗੁਣਾਂ ਦੇ ਨਾਲ। ਫਿਰ ਇਸ ਭੈ ਵਿੱਚ ਰਹਿਣਾ ਹੈ ਕਿ ਕਿਤੇ ਹੋ ਨਾ ਜਾਏ, ਗਵਾਚ ਨਾ ਜਾਏ ਕਿਤੇ। ਜੋ ਮਿਲ ਗਿਆ ਇਹ ਟੁੱਟ ਨਾ ਜਾਏ। ਤੇ ਜੇ ਕਿਤੇ ਟੁੱਟ ਵੀ ਗਿਆ ਤੇ ਉਹਦੇ ਲਈ ਅਰਦਾਸਾਂ ਵੀ ਨੇ। ਗਈ ਬਹੌੜ ਬੰਦੀ ਛੋੜ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਨਿਰੰਕਾਰ, ਹੇ ਪਾਰ ਬ੍ਰਹਮ, ਤੂੰ ਦੁੱਖਾਂ ਦਾ ਦਾਰੀ ਆ, ਤੂੰ ਸਾਡੇ ਦੁੱਖ ਹਰਨ ਵਾਲਾ ਆ। ਜੋ ਮੈਂ ਪ੍ਰਾਪਤ ਕੀਤਾ ਮੈਂ ਗਵਾ ਲਿਆ, ਪਰ ਮੈਨੂੰ ਵਾਪਸ ਦੇ। ਇਹ ਹੈ। ਤੇ ਜੇ ਪਾ ਲਿਆ ਮੈਨੂੰ ਗਵਾਵਾਂ ਨਾ। ਇਹ ਡਰ ਜਿਹੜਾ ਹੈ ਇਹ ਬਰਕਰਾਰ ਰਹੇ। ਇਸ ਕਿਸਮ ਦੀ ਬਾਤ ਹੋ ਰਹੀ ਹੈ। ਭੈ ਪਾਏ ਸ਼ਿੰਗਾਰ ਬਣਾਏ, ਨਾਨਕ ਸਦਾ ਸੁਹਾਗਣੀ, ਜੇ ਚੱਲਣ ਸਤਿਗੁਰ ਪਾਏ। ਨਾਨਕ
ਉਹ ਸਦਾ ਸੁਹਾਗਵਤੀਆਂ ਨੇ, ਕੰਤ ਵਾਲੀਆਂ ਨੇ ਜੀਵਾਤਮਾਵਾਂ, ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਪੌੜੀ ਦੀ ਸ਼ਬਦੀ ਵਿਆਖਿਆ ਕਰਕੇ ਸਮਾਪਤੀ ਕਰਦੇ ਹਾਂ। ਪੌੜੀ ਆਪੇ ਆਪ ਉਪਾਈਆਂ ਆਪ ਕੀਮਤ ਪਾਈ। ਭਾਈ ਇੱਕ ਕਰਤਾਰੀ ਕੁਦਰਤ ਤੇ ਕੁਦਰਤ ਦੇ ਹਰ ਰੰਗ ਨੂੰ ਉਹਨੇ ਪੈਦਾ ਕੀਤਾ, ਇਹਨੂੰ ਅਵੈਲੂਏਟ ਵੀ ਉਹੀ ਕਰ ਸਕਦਾ। ਅਸੀਂ ਕੌਣ ਹੁੰਦੇ ਹਾਂ ਅਵੈਲੂਏਟ ਕਰਨ ਵਾਲੇ? ਆਪ ਕੀਮਤ ਪਾਈ, ਇਹ ਮਤਲਬ ਇਹਦਾ ਹੈ। ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ। ਬਾਕੀ ਨਾ ਕਾਦਰ ਦਾ ਨਾ ਉਹਦੀ ਕੁਦਰਤ ਦਾ ਅੰਤ ਤੇ ਪਾਇਆ ਨਹੀਂ ਜਾ ਸਕਦਾ, ਪਰ ਸ਼ਬਦ ਦੇ ਜ਼ਰੀਏ ਬੁਝਾਰਤ ਬੁੱਝੀ ਜਾ ਸਕਦੀ ਹੈ ਕਿ ਸਾਰੇ ਦਾ ਮਕਸਦ ਕੀ ਹੈ, ਮੇਰੇ ਜਿਉਣ ਦਾ ਪਰਪਸ ਕੀ ਹੈ, ਮਕਸਦ ਕੀ ਹੈ। ਇੱਥੇ ਇਹ ਦੋਨੋਂ ਸਮਝ ਆ ਜਾਂਦੇ, ਪਹੇਲੀ ਸਮਝ ਆ ਜਾਂਦੀ। ਉਹਦੀ ਬਾਤ ਕੀਤੀ ਕਿ ਤਿਸ ਦਾ ਅੰਤ ਨਾ ਜਾਪੀ ਗੁਰ ਸ਼ਬਦ ਬੁਝਾਈ। ਮਾਇਆ ਮੋਹ ਗੁਬਾਰ ਹੈ। ਗੁਬਾਰ ਹੁੰਦੀ ਇੱਕ ਐਸੀ ਹਾਲਤ ਜਦੋਂ ਜਿੱਥੇ ਬੜੀ ਡਸਟ ਉੱਡਦੀ ਹੋਏ, ਜਿਵੇਂ ਆਪਣੇ ਉੱਥੇ ਧੂਲ ਮਿੱਟੀ ਉੱਡਦੀ ਹੈ ਤੇ ਹਨੇਰੀ 'ਚ ਗੁਬਾਰ ਚੜ ਜਾਂਦਾ, ਤੇ ਉਸ ਗੁਬਾਰ ਦੇ ਵਿੱਚ ਬੰਦੇ ਦੇ ਕੋਲ ਅੱਖਾਂ ਤੇ ਹੁੰਦੀਆਂ ਨੇ, ਬਾਹਰ ਚੀਜ਼ਾਂ ਵੀ ਪਈਆਂ ਹੁੰਦੀਆਂ ਨੇ, ਪਰ ਅਨਫੋਰਚੂਨੇਟਲੀ ਹਵਾ 'ਚ ਇਤਨੀ ਮਿੱਟੀ ਤੇ ਧੂੜ ਹੁੰਦੀ ਹੈ ਕਿ ਅੱਖਾਂ ਖੁੱਲ੍ਹਦੀਆਂ ਨਹੀਂ। ਇਹ ਨਹੀਂ ਕਿ ਸਾਨੂੰ ਚੀਜ਼ਾਂ ਦੀ ਚੋਇਸ ਸਹੀ ਨਹੀਂ ਕਰਨੀ ਆ ਸਕਦੀ, ਅਸੀਂ ਸਹੀ ਤਰੀਕੇ ਨਾਲ ਜੀਵਨ ਨੂੰ ਮਾਣ ਨਹੀਂ ਸਕਦੇ, ਪਰ ਇੱਥੇ ਗੁਬਾਰ ਹੀ ਇਤਨਾ ਜ਼ਿਆਦਾ ਆ। ਆਲੇ ਦੁਆਲੇ ਦਾ ਇਨਫਲੂਐਂਸ, ਲੋਕਾਂ ਦਾ ਪ੍ਰਭਾਵ, ਲੋਕਾਚਾਰ, ਸਾਰਾ ਕੁਝ, ਬੰਦੇ ਦੀਆਂ ਅੰਦਰ ਦੀਆਂ ਯਕਸ਼ੂ ਨੇਤਰ ਖੁੱਲ੍ਹਦੇ ਹੀ ਨਹੀਂ। ਉਹ ਮਾੜੇ ਜੇ ਖੁੱਲ੍ਹਦਾ ਤੇ ਡਾਰੇ ਆ ਅੰਦਰ ਮਿੱਟੀ ਪੈ ਜਾਏਗੀ, ਕਿਰਕਰੀ ਹੋ ਜਾਏਗੀ, ਇਸ ਤਰੀਕੇ ਨਾਲ। ਨੋ 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 ਨੋ। ਇਹਦੀ ਸਾਹਿਬ ਕਹਿੰਦੇ ਇਹ ਮਾਇਆ ਮੋਹ ਗੁਬਾਰ ਹੈ, ਇਹ ਇਸ ਰੂਪ ਦੇ ਵਿੱਚ ਹੈ। ਦੂਜਾ ਪਰਮਾਈ, ਫਿਰ ਇਹਦੇ 'ਚ ਜੋ ਚੱਲਦਾ ਉਸ ਤਰੀਕੇ ਨਾਲ ਚੱਲੀ ਜਾਏ, ਐਜ਼ ਇਟ ਇਜ਼, ਸਟੇਟਸ ਗੋ, ਇਹ ਚੀਜ਼ ਭਰਮਾ ਲੈਂਦੀ ਹੈ ਬੰਦੇ ਨੂੰ। ਫਿਰ ਉਹ ਬੰਦਾ ਸਹੀ ਦੀ ਬਜਾਏ ਦੂਜੇ ਪਾਸੇ ਤੁਰਦਾ ਜਾਂਦਾ ਆ। ਮਨਮੁਖ ਠੌਰ ਨਾ ਪਾਏ ਨਹੀਂ, ਫਿਰ ਆਵੈ ਜਾਈ। ਮਨ ਦੇ ਮੁਰੀਦ ਉਹਨਾਂ ਨੂੰ ਵਿਚਾਰਾ ਟਿਕਾਣਾ ਕੋਈ ਨਹੀਂ, ਫਿਰ ਸਾਈਕਲ ਚੱਲਦਾ ਰਹਿੰਦਾ ਰੀਕਾਰਨੇਸ਼ਨ ਦਾ, ਜੰਮਦਾ ਮਰਦਾ ਜੰਮਦਾ ਮਰਦਾ। ਉਹਦੀ ਬਾਤ ਹੋਈ ਇਹਦੇ 'ਚ। ਅੰਤਲੀ ਲਾਈਨ ਹੈ ਬਿਲਕੁਲ, ਜੋ ਤਿਸ ਪਾਵੈ ਸੋਤੀ ਹੈ ਸਭ ਚਲੈ ਰਜ਼ਾਈ। ਇਹ ਨਾਨਕ ਇਹ ਬਾਤ ਕਹਿ ਦੇ ਇਸ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ, ਜੋ ਤਿਸ ਪਾਵੈ ਸੋਤੀ ਹੈ ਸਭ ਚਲੈ ਰਜ਼ਾਈ। ਮਾਲਕ ਆਪਣੀ ਰਜ਼ਾ ਵਿੱਚ ਰਾਜ਼ੀ ਰੱਖੀ। ਰਜ਼ਾ ਵਿੱਚ ਰਾਜ਼ੀ ਰੱਖੀ ਦਾ ਮਤਲਬ ਵੀ ਇਹੋ ਹੀ ਹੈਗਾ, ਤੇਰੇ ਉਪਦੇਸ਼, ਤੇਰੇ ਸੰਦੇਸ਼ ਸੁਰਤ 'ਚ ਸਮਝ ਆਉਣ, ਸਹਿਜੇ ਸਹਿਜੇ ਤੇਰੇ ਰਾਹ ਨੂੰ ਫੋਲੋ ਕਰਾਂ, ਇਸ ਪਾਥ ਨੂੰ ਕਦੀ ਛੱਡਾਂ ਨਾ, ਇਸ ਰਜ਼ਾ ਵਿੱਚ ਰਾਜ਼ੀ ਰੱਖ। ਸਭ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਪ੍ਰੇਰਨਾ ਮਿਲੇ, ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਕਿਰਸਾਨੀ ਨਾਲ ਹੱਕਾਂ ਲਈ ਜੂਝ ਰਹੇ ਉਹਨਾਂ ਮਾਈ ਭਾਈ ਦੀ ਫਿਰ ਅਰਦਾਸ ਹੈ ਚੜ੍ਹਦੀ ਕਲਾ ਦੀ। ਇੰਨੀਆਂ ਕੁ ਬੇਨਤੀਆਂ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।